ਖਬਰਾਂ ਤੇ ਇਤਿਹਾਸਿਕ ਕਸਬਾ ਖਡੂਰ ਸਾਹਿਬ ਦੇ ਕਾਂਗਰਸੀ ਵਰਕਰਾਂ ਵੱਲੋਂ ਅੱਜ BGPO ਦਫ਼ਤਰ ਖਡੂਰ ਸਾਹਿਬ ਵਿਖੇ ਧਰਨਾ ਲਗਾਇਆ ਗਿਆ ਤੇ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ BDPO ਖਡੂਰ ਸਾਹਿਬ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਲਗਾਏ ਗਏ। ਇਸ ਮੌਕੇ ਇਕੱਠੇ ਹੋਏ ਪਿੰਡ ਦੇ ਮੌਤਬਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਬਲਬੀਰ ਸਿੰਘ ਸ਼ਾਹ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਹੁਣ ਧੱਕੇ ਨਾਲ ਅਧਿਕਾਰਤ ਪੰਚ ਬਣਾਉਣਾ ਚਾਹੁੰਦੀ ਹੈ। ਜਦੋਂ ਪੁਰਾਣੀ ਪੰਚਾਇਤ ਕੋਲ ਪੂਰਾ ਬਹੁਮਤ ਹੈ ਅਤੇ ਅਧਿਕਾਰਤ ਪੰਚ ਹੈ, ਉਹਨਾਂ ਦੇ 13 ਮੈਂਬਰਾਂ ਵਿੱਚੋਂ ਹੀ ਲੰਘਣਾ ਚਾਹੀਦਾ ਹੈ। ਹਾਂਜੀ ਚੇਅਰਮੈਨ ਸਾਹਿਬ, ਜਿਹੜਾ ਅੱਜ ਤੁਹਾਨੂੰ ਵੀਡੀਓ ਦਾ ਅਸਰ ਧਰਨਾ ਦਿੱਤਾ ਜਾ ਰਿਹਾ, ਕੀ ਮੰਗਾਂ ਨੇ ਤੁਹਾਡੀਆਂ, ਕੀ ਕਾਰਨ ਹੈ? ਇਹ ਜੀ ਸਾਡੇ ਸਰਪੰਚ ਸਾਹਿਬ ਡੈਥ ਹੋ ਚੁੱਕੀ ਆ, ਸਰਦਾਰ ਬਲਵੀਰ ਸਿੰਘ ਦੀ। ਬਹੁਤ ਹੀ ਵਧੀਆ ਇਮਾਨਦਾਰ ਬੰਦੇ ਸੀ। ਇੱਕ ਦੋ ਕੁਦਰਤੀ ਘਰ ਤੇ ਕਰੋਪੀ ਹੋਈ ਆ। ਇੱਕ ਹੁਣ ਜਿਹੜੀ ਸਰਕਾਰ ਬਣੀ ਆ ਉਹ ਧੱਕਾ ਕਰ ਰਹੀ ਆ। ਦੂਸਰੀ ਗੱਲ ਇਹ ਰਹੀ ਵੀ ਸਾਰਾ ਨਗਰ ਇੱਕ ਪਾਸੇ ਆ, ਹਮਦਰਦੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦੇ ਕਹਿਣ ਤੇ ਸਰਪੰਚ ਬਣਨਾ ਚਾਹੀਦਾ, ਬਣਨਾ ਵੀ ਚਾਹੀਦਾ। ਸੋ ਅਸੀਂ ਸਾਰਾ ਨਗਰ ਇੱਕ ਪਾਸੇ ਆ। BDO ਸਾਹਿਬ ਨੂੰ, ਲਾਲਪੁਰਾ MLA ਸਾਹਿਬ ਨੂੰ ਵੀ ਅਸੀਂ ਇਹੋ ਚੈਨਲ ਰਾਹੀਂ ਰਿਕੁਐਸਟ ਕਰਦੇ ਹਾਂ ਵੀ ਉਹ ਇਸ ਗੱਲ ਤੇ ਇਹਨਾਂ ਦੇ ਨਾਲ ਲੋਕਾਂ ਦੇ ਸਾਥ ਦੇਣ ਤੇ ਬਹੁਤ ਹੀ ਚੰਗੀ ਗੱਲ ਆ। ਅਗਰ ਜੇ ਨਹੀਂ ਕਰਨਗੇ ਤਾਂ ਉੱਤੇ ਹਾਈ ਕੋਰਟ ਇਹਨਾਂ ਦੇ ਉੱਤੇ ਸਿਰ ਤੇ ਬੈਠਾ। ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਰਿਟ ਕਰਾਂਗੇ, ਪ੍ਰਬੰਧਕ ਨਹੀਂ ਲੱਗਣ ਦਾਂਗੇ। ਆਪਾਂ ਗੱਲ ਕਰ ਲੈਂਦੇ ਜਿਹੜੇ ਪੁਰਾਣੇ ਸਰਪੰਚ ਜਿਨ੍ਹਾਂ ਦੀ ਡੈਥ ਹੋਈ, ਉਹਨਾਂ ਨਾਲ ਕਿੰਨੇ ਮੈਂਬਰ ਮੌਜੂਦ? ਉਹਨਾਂ ਦੇ ਮੈਂਬਰ ਤਕਰੀਬਨ ਸਾਰੇ ਹੀ ਆ ਜੀ। ਉਹਨਾਂ ਨਾਲ ਤਕਰੀਬਨ ਪਿੰਡ ਦੇ ਸਾਰੇ ਆ। ਉਹ ਇੱਕ ਅੱਧਾ ਹੀ ਭਾਵੇਂ ਕੋਈ ਲਾਂਭੇ ਹੋਵੇ, ਬਾਕੀ ਸਾਰੇ ਨਾਲ ਹੀ ਹੁੰਦੀ। ਇਹ ਸਰਪੰਚ ਸੀ, ਉਹਨਾਂ ਦੀ ਜਿਹੜੀ ਮੌਤ ਆ 1/2/2022 ਨੂੰ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਮਗਰੋਂ ਇਹਨਾਂ ਨੇ ਪ੍ਰੋਸੈਸ ਸਾਨੂੰ ਅਧਿਕਾਰਤ ਪੰਚ ਚੁਣਨ ਵਾਸਤੇ ਜਿਹੜੀ ਉਹ 31/3/2022 ਨੂੰ ਇੱਕ ਦਰਖਾਸਤ ਦਿੱਤੀ ਸੀ, ਜਿਹਦੇ ਦਰਖਾਸਤ ਦੇ ਅਮਲ ਦੇ ਵਿੱਚ ਅਸੀਂ ਹੁਣ ਇਹਨਾਂ ਨੂੰ ਅੱਜ ਚਿੱਠੀ ਕੱਢ ਦਿੱਤੀ ਹੈ, ਜਿਹਦੇ ਵਿੱਚ ਅਸੀਂ 18/4/2022 ਨੂੰ 11 ਵਜੇ ਸਮੂਹ ਪੰਚਾਇਤ ਦੀ ਜਿਹੜੀ ਮੈਂਬਰਾਂ ਦੀ ਆ ਉਹ ਮੀਟਿੰਗ ਸੱਦੀ ਹੈ। ਫਿਰ ਉਹ ਮੀਟਿੰਗ ਦੇ ਵਿੱਚ ਸਾਰੇ ਮੈਂਬਰ ਆਉਣਗੇ ਤੇ ਜਿਹਦੇ ਪੱਖ ਦੇ ਵਿੱਚ ਹੋਣਗੇ ਉਹਦੇ ਵਿੱਚ ਅਧਿਕਾਰਤ ਪੰਚ ਦੀ ਜਿਹੜੀ ਚੋਣ ਜਿਸ ਤਰ੍ਹਾਂ ਮਹਿਕਮੇ ਦੇ ਪ੍ਰੋਸੈਸ ਦੇ ਹਿਸਾਬ ਨਾਲ, ਪੱਤਰਾਂ ਦੇ ਹਿਸਾਬ ਨਾਲ ਉਹ ਅਸੀਂ ਚੋਣ ਕਰਦੇ ਹਾਂ। ਇਹ 'ਚ ਵੀ ਇਹਨਾਂ ਦਾ ਜਿਹੜਾ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਛੱਡਣਾ ਧੱਕਾ ਕਰ ਰਹੀ ਹੈ ਤੇ ਇਹਨਾਂ ਨੂੰ ਡਰ ਆ ਕਿ ਕਿਤੇ ਉਹ ਧੱਕੇ ਨਾਲ ਨਾ ਕੋਈ ਅਧਿਕਾਰਤ ਪੰਚ ਜਿਹੜਾ ਇੱਥੇ ਲੱਗ ਜੇ। ਨਹੀਂ, ਆਮ ਆਦਮੀ ਪਾਰਟੀ ਦੀ ਇੱਕ ਵੱਖਰੀ ਚਲੋ ਸਰਕਾਰ ਉਹਨਾਂ ਦੀ ਹੈ ਤੇ ਸਰਕਾਰ ਦੇ ਸੰਬੰਧ 'ਚ ਇਹ ਤਾਂ ਜੋ ਪ੍ਰੋਸੈਸ ਕਾਗਜ਼ਾਂ 'ਚ ਹੈ ਉਹੀ ਹੀ ਹੋਣਾ ਵਾ ਜੀ। ਜਿਤਨਾ ਮੈਂਬਰ ਮੰਨ ਲਓ ਜੇ 13 ਮੈਂਬਰ ਆ, 13 ਮੈਂਬਰਾਂ ਦੇ ਵਿੱਚੋਂ 8 ਮੈਂਬਰ ਇੱਕ ਬੰਨੇ ਕਰਨਗੇ ਤੇ ਧੱਕੇ ਦੀ ਤੇ ਕੋਈ ਸੰਭਾਵਨਾ ਸਾਡੇ ਵੱਲੋਂ ਤਾਂ ਕੋਈ ਦਫ਼ਤਰ ਵੱਲੋਂ ਤਾਂ ਕੋਈ ਧੱਕੇ ਦੀ ਸੰਭਾਵਨਾ ਨਹੀਂ। ਅੱਜ ਜਲੰਧਰ ਦੇ ਨਗਰ ਨਿਗਮ ਵਿਖੇ ਸ਼ਿਵ ਸੈਨਾ ਟਕਸਾਲੀ ਵੱਲੋਂ ਜਲੰਧਰ ਦੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਜਲੰਧਰ ਵੈਸਟ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਹਨਾਂ ਦੇ ਵਿੱਚ ਘੁਟਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੋ ਸੜਕ 7 ਤੋਂ 8 ਇੰਚ ਬਣਾਈ ਜਾਣੀ ਹੈ, ਉਸ ਨੂੰ ਸਿਰਫ 3 ਇੰਚ ਹੀ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਸਾਈਡਾਂ ਤੇ ਬਾਰਡਰ ਵੀ ਨਹੀਂ ਲਗਾਏ ਜਾ ਰਹੇ ਤੇ ਨਾ ਹੀ ਪਾਣੀ ਦੇ ਨਿਕਾਸੀ ਦੇ ਲਈ ਕੋਈ ਵਿਵਸਥਾ ਕੀਤੀ ਜਾ ਰਹੀ ਹੈ। ਸਾਰੀ ਸ਼ਿਵ ਸੈਨਾ ਔਰ ਸਮਾਜ ਸੇਵੀ ਸੰਗਠਨ ਸਾਰੇ ਆਏ ਨੇ। ਵਾਰਡ ਨੰਬਰ 40 'ਚ ਕੰਮ ਚੱਲ ਰਿਹਾ ਸੀ ਜਦੋਂ ਸਰਕਾਰ ਚੇਂਜ ਹੋਈ ਹੈ ਤੇ ਨਾ ਕੌਂਸਲ ਸਾਹਿਬ ਨੂੰ ਮੈਂ ਕਿਹਾ ਬੇਹੱਦ ਹੋ ਗਏ ਨੇ। ਉਹਨਾਂ ਦੇ ਨਾਲ ਦੇਖੋ ਸੜਕਾਂ ਜਿਹੜੀਆਂ ਪਹਿਲਾਂ ਮਲਬਾ ਪਿਆ ਸੀ 6 ਇੰਚ ਸਲੈਬ ਸੀ, ਔਰ ਬੜੀ ਸੜਕ ਤੋੜ ਕੇ ਉਹਨੂੰ ਬਣਾਇਆ ਜਾ ਰਿਹਾ। ਉਹ ਜਿਹੜਾ ਮਲਬਾ ਨਾ ਦੀ ਕੋਈ ਢਲਾਣ ਹੈ ਨਾ ਉਹਦਾ ਕੋਈ ਰੋਡ ਗਲੀ ਜਿਹੜੀ ਚੈਂਬਰ ਆ ਪ੍ਰੋਪਰ ਤਰੀਕੇ ਨਾਲ ਬਣਾਈ ਜਾ ਰਹੀ ਆ, ਔਰ 3 ਇੰਚ ਸਲੈਬ ਪਾ ਰਹੀ ਹੈ। ਔਰ ਸਾਨੂੰ ਇਹ ਨਹੀਂ ਲੱਗ ਰਿਹਾ ਪਤਾ ਵੀ ਕੰਮ ਦਸ਼ਮੇਸ਼ ਨਗਰ ਦਾ ਜਾਂ ਤਿਲਕ ਨਗਰ ਦਾ। ਇੱਕ ਗਲੀ ਜਿਹੜੀ ਤੋੜ ਕੇ ਤਿਲਕ ਨਗਰ ਬਣਾਈ ਜਾ ਰਹੀ ਹੈ ਆਪਣੀ ਚਹੇਤਿਆਂ ਦੀ। ਦੂਸਰੀ ਗਲੀ ਜਿਹੜੀ ਮੇਨ ਹੈ ਜਿੱਥੇ ਲੋੜ ਹੈ ਜੋਨ ਨਗਰ ਜਿਹੜਾ ਬਿਲਕੁਲ ਰਫ ਹੈ, ਕੱਚਾ, ਉੱਥੇ ਨਹੀਂ ਧਿਆਨ ਦਿੱਤਾ ਜਾ ਰਿਹਾ। ਸਾਡੀ ਇਹੀ ਮੰਗ ਹੈ ਵੀ ਜਿਹੜਾ ਸਰਕਾਰ ਦਾ ਪੈਸਾ ਲੱਗ ਰਿਹਾ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ, ਉਹ ਜਿਹੜੀ ਸੜਕ ਆ ਪ੍ਰੋਪਰ ਤਰੀਕੇ ਨਾਲ ਬਣਾਈ ਜਾਵੇ। ਤੁਸੀਂ ਅੱਜ ਜੈ ਸ਼੍ਰੀ ਰਾਮ ਜੀ, ਮੈਂ ਵੀਡੀਓ ਕੋਸ਼ਿਸ਼ ਕਰਨਾ ਟਾਊਨ ਤੋਂ ਪੰਜਾਬ ਪ੍ਰਧਾਨ। ਅੱਜ ਆਪਾਂ ਇੱਥੇ ਮੰਗ ਪੱਤਰ ਦੇਣ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਵੀ ਵਾਰਡ ਨੰਬਰ ਜਲੰਧਰ ਵੈਸਟ ਦੇ ਵਾਰਡ ਨੰਬਰ 40 ਦੇ ਵਿੱਚ ਇੱਕ ਨਾ ਸਮਾਰਟ ਸਿਟੀ ਦਾ ਕੰਮ ਚੱਲ ਰਿਹਾ ਸੜਕਾਂ ਬਣਾਉਣ ਦਾ। ਪਰ ਸਮਾਰਟ ਸਿਟੀ ਇਹ ਤਾਂ ਨਹੀਂ ਕਹਿੰਦੀ ਵੀ ਬਣੀਆਂ ਸੜਕਾਂ ਤੋੜ ਕੇ ਦੁਬਾਰਾ ਬਣਾਈਆਂ ਜਾਣ। ਮੇਰੀ ਸੜਕ ਜਿਹੜੀ ਸਾਡੇ ਮੁਹੱਲੇ ਦੇ ਵਿੱਚ ਸੜਕਾਂ ਸੀਗੀਆਂ ਬਿਲਕੁਲ ਬਣੀਆਂ ਹੋਈਆਂ ਸੀਗੀਆਂ, ਪਰ ਸਿਰਫ ਆਪਣੀ ਪਾਰਸ਼ਦ ਨੇ ਆਪਣੀ ਕਮਿਸ਼ਨ ਦੀ ਖਾਤਰ ਉਹ ਸੜਕਾਂ ਤੜਵਾ ਦਿੱਤੀਆਂ। ਤੜਵਾਉਣ ਦੇ ਨਾਲ ਲੋਕੀ ਇੱਕ ਨੂੰ ਨਾ ਸੜਕਾਂ ਤੜਵਾਉਣੀਆਂ, ਸੜਕ ਦੇ ਨਾਲ ਆਪਣੀਆਂ ਖੁੰਦਕਾਂ ਕੱਢੀਆਂ, ਲੋਕਾਂ ਦੀਆਂ ਥੜੀਆਂ, ਲੋਕਾਂ ਦੀਆਂ ਹੋਤੀਆਂ, ਸਾਰਾ ਕੁਝ ਤੜਵਾਤਾ। ਉਸ ਤੋਂ ਬਾਅਦ ਉਹਨੂੰ ਬਿਲਕੁਲ ਵੀ ਉਹਨਾਂ ਨੇ ਸਹੀ ਨਹੀਂ ਕੀਤਾ। ਨਾ ਕੋਈ ਸੜਕ ਦਾ ਲੈਵਲ ਬਣਾਇਆ ਗਿਆ, ਨਾ ਕੋਈ ਉਹਦੀ ਜਾਂਚ ਕੀਤੀ ਗਈ, ਨਾ ਉਹਦਾ ਕੋਈ ਬੋਰਡਰ ਸਾਈਡਾਂ ਤੇ ਬਣਾਇਆ ਗਿਆ। ਸੜਕ ਕਿੰਨੇ ਫੁੱਟ ਦੀ ਬਣਾਈ ਗਈ ਹੈ? ਜਿਹੜੀ ਸੜਕ 12 ਤੋਂ 13 ਫੁੱਟ ਦੀ ਹੋਗੀ। ਜਿਹੜਾ ਉਹਦਾ ਮਲਬਾ ਵਾ ਜਿਹੜਾ ਪਹਿਲਾਂ 2007 ਦੇ ਵਿੱਚ ਸੜਕ ਬਣੀ ਸੀ, ਉਹਦਾ ਮਲਬਾ ਸੀਗਾ 7 ਤੋਂ 8 ਇੰਚ ਉੱਪਰ ਨੂੰ, ਮਤਲਬ 7 ਤੋਂ 8 ਇੰਚ ਚੌੜਾ ਸੀਗਾ ਉੱਪਰ ਨੂੰ, ਤੇ ਹੁਣ ਉਹ 3 ਇੰਚ ਸਾਈਡਾਂ ਤੇ ਕੋਈ ਬੋਰਡਰ ਨਹੀਂ, ਕੋਈ ਢਲਾਨ ਨਹੀਂ, 100 ਮੀਟਰ ਤੱਕ ਕੋਈ ਚੈਂਬਰ ਨਹੀਂ, ਪਾਣੀ ਦਾ ਕੋਈ ਨਿਕਾਸ ਨਹੀਂ। ਜਦੋਂ ਪਾਰਸ਼ਦ ਨੂੰ ਇਸ ਬਾਰੇ ਦੱਸਿਆ ਗਿਆ, ਫੋਨ ਕੀਤੇ ਗਏ, ਪਾਰਸ਼ਦ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਉੱਥੇ ਆ ਕੇ ਮੌਕਾ ਦੇਖਾਂ। ਇਸ ਇਲਾਕੇ ਦਾ ਪਾਰਸ਼ਦ ਕੌਣ ਹੈਗਾ? ਵਰੇਸ਼ ਮਿੰਟੂ ਜੀ।
ਜਿਹੜੀਆਂ ਉੱਥੇ ਹੋਦੀਆਂ ਬਣ ਰਹੀਆਂ ਸੀ ਉਹ ਪੁਰਾਣੀ ਇੱਟ ਲਾ ਕੇ ਬਣ ਰਹੀਆਂ ਸੀ, ਉਹ ਵੀ ਕੰਮ ਅਸੀਂ ਲਗਵਾਇਆ ਉੱਥੇ ਜਾ ਕੇ। ਬਟਾਲਾ ਦੇ ਗੁਰਦਾਸਪੁਰ ਰੋਡ ਇਲਾਕੇ 'ਚ ਬੀਤੀ ਰਾਤ ਚੋਰਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੀ ਗੋਲਕ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉੱਥੇ ਹੀ ਉਸ ਇਲਾਕੇ ਵਿੱਚ ਹੋਰ ਜਗ੍ਹਾਵਾਂ ਤੇ ਵੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਚੋਰਾਂ ਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਗੋਲਕ ਲੈ ਕੇ ਫਰਾਰ ਹੋ ਗਏ ਤੇ ਮੁੜ ਗੋਲਕ ਵਿੱਚੋਂ ਪੈਸੇ ਕੱਢ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਖਾਲੀ ਗੋਲਕ ਛੱਡ ਗਏ, ਜਦਕਿ ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਹਾਂਜੀ ਅੰਕਲ ਜੀ, ਕੀ ਨਾਮ ਆਪਣਾ ਜੀ? ਅਵਤਾਰ ਸਿੰਘ ਜੀ। ਅੰਕਲ ਕੀ ਗੱਲ ਹੋਈ ਹੈ ਜੀ, ਕੀ ਮਾਮਲਾ ਹੈ ਜੀ? 4:30 ਵਜੇ ਸਵੇਰੇ ਆਣ ਕੇ ਜਦੋਂ ਗੁਰਦੁਆਰੇ ਸਾਹਿਬ ਆਏ ਆ, ਆਉਂਦਿਆਂ ਵੇਖਿਆ ਦਰਵਾਜ਼ਾ ਖੁੱਲ੍ਹਾ, ਬੱਤੀਆਂ ਬਾਹਰ ਦੀਆਂ ਬੰਦ ਕੀਤੀਆਂ ਉਹਨਾਂ। ਅੰਦਰ ਗਏ ਤੇ ਗੋਲਕ ਗਾਇਬ ਹੋਈ, ਗੋਲਕ ਨਹੀਂ। ਮੁੜ ਕੇ ਬੱਤੀਆਂ ਜਗਾਈਆਂ, ਵੇਖਿਆ ਚੰਗੀ ਤਰ੍ਹਾਂ, ਬਾਕੀ ਸਮਾਨ ਠੀਕ, ਗੋਲਕ ਜਿਹੜੀ ਉਹ ਚੁੱਕ ਕੇ ਲੈ ਗਏ। ਜਾ ਕੇ ਛੱਪੜ ਲੱਗੇ ਉਹਨਾਂ ਸੁੱਟ ਦਿੱਤੀ। 3000 ਰੁਪਇਆ ਵਿੱਚ ਹੈਗਾ ਹੀ ਕੱਢ ਲਿਆ ਉਹਨਾਂ, ਕਿਉਂਕਿ ਉੱਥੋਂ ਹੀ ਖਾਲੀ ਗੋਲਕ ਲੈਂਦੀ ਮੁੜ ਕੇ ਚੁੱਕ ਕੇ। ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲੋਂ? ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ ਗਈ ਹੈ ਜੀ ਪੁਲਿਸ ਪ੍ਰਸ਼ਾਸਨ? ਹਾਂਜੀ ਪੁਲਿਸ ਪ੍ਰਸ਼ਾਸਨ ਨੂੰ? ਹਾਂਜੀ, ਪੁਲਿਸ ਨੂੰ ਰਿਪੋਰਟ ਕੀਤੀ ਸਵੇਰੇ, ਸਾਡੇ ਮੁੰਡੇ CID ਆਏ, ਉਹਨੇ ਜਾ ਕੇ ਕੀਤੀ ਸਵੇਰੇ ਰਿਪੋਰਟ, ਪੁਲਿਸ ਆਈ 2 ਵਾਰੀ। ਹਾਂਜੀ, ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ? ਸ਼ਾਸਨ ਕੋ ਮੰਗੇ ਨੱਥ ਪੈਣੀ ਚਾਹੀਦੀ ਇਹਨਾਂ ਅਮਲੀਆਂ ਨੂੰ, ਜਿਹੜੇ ਇਹ ਕੰਮ ਗਲਤ ਕਰਦੇ ਨੇ, ਗੁਰਦੁਆਰੇ ਨੂੰ ਬਖਸ਼ਦੇ ਨੇ। ਇਹਨਾਂ ਨੂੰ ਫੜਨਾ ਚਾਹੀਦਾ ਜਿੰਨੀ ਵੀ ਹੋ ਸਕੇ। ਇਸੇ ਤਰ੍ਹਾਂ ਦਾ ਹੀ ਮਾਮਲਾ ਕੁਝ ਦੂਰੀ ਤੇ ਦੇਖਣ ਨੂੰ ਮਿਲਿਆ, ਜਿੱਥੇ ਇੱਕ ਕਰਿਆਨੇ ਦੀ ਦੁਕਾਨ ਤੇ ਉਹਨਾਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਇੱਕ ਸੈਲੂਨ ਦੀ ਦੁਕਾਨ ਤੇ ਚੋਰੀ ਵੀ ਹੋਈ ਅਤੇ ਸੈਲੂਨ ਮਾਲਕ ਦਾ ਕਹਿਣਾ ਸੀ ਕਿ ਗੱਲੇ ਵਿੱਚ ਰੱਖੇ ਕਰੀਬ 20,000 ਦੀ ਨਕਦੀ, ਟੈਟੂ ਬਣਾਉਣ ਵਾਲੀ ਮਸ਼ੀਨ ਅਤੇ CCTV ਕੈਮਰੇ ਦੀ DVR ਵੀ ਚੋਰੀ ਕਰਕੇ ਚੋਰ ਫਰਾਰ ਹੋ ਗਏ। ਇਸ ਇਲਾਕੇ ਵਿੱਚ ਇੱਕੋ ਰਾਤ ਵਿੱਚ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਦੁਕਾਨਦਾਰਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੀ ਨਾਮ ਹੈ ਜੀ ਆਪਣਾ? ਜੌਨਸਨ ਹੈ ਜੀ। ਇਹ ਜੀ ਕੀ ਮਾਮਲਾ ਹੈ? ਆਪਣਾ JN ਸਲੂਨ ਹੈ ਜੀ, ਉਸਮਾਨਪੁਰ ਸਿਟੀ ਕਲੋਨੀ ਦੇ ਵਿੱਚ, ਜਿੱਥੇ ਕਿ ਰਾਤ ਨੂੰ 4 ਵਜੇ ਸਵੇਰ ਦੇ ਕਰੀਬ ਇੱਥੇ ਚੋਰੀ ਹੋਈ ਹੈ ਜੀ। ਲਾਗੇ ਨੇੜੇ ਤੇੜੇ ਹੋਰ ਵੀ ਵਾਰਦਾਤਾਂ ਹੋਈਆਂ, ਉਹਨਾਂ ਦੇ ਵਿੱਚ ਵੀ ਚੋਰੀ ਹੋਈ ਹੈ ਤੇ ਸਾਡੇ ਜ਼ਬਰਦਸਤੀ ਸਲੂਨ ਦਾ ਤਾਲਾ ਜਿਹੜਾ ਆ ਉਹ ਖੋਲ੍ਹਿਆ ਗਿਆ ਹੈ। ਖੋਲ੍ਹ ਕੇ ਅੰਦਰ ਜਿਹੜਾ ਸਾਡੇ ਗੱਲੇ ਨੂੰ ਖੋਲ੍ਹ ਕੇ ਉਹਦੇ ਕੈਸ਼ ਸੀਗਾ 15,000 20,000 ਰੁਪਈਆ ਉਹ ਲੈ ਕੇ ਗਏ ਨੇ, ਤੇ ਕੁਝ ਸਾਡਾ DVR ਵਾਈਫਾਈ ਆ ਉਹ ਲਾ ਕੇ ਲੈ ਗਏ ਨੇ। ਕੋਈ ਟੈਟੂ ਦੀਆਂ ਮਸ਼ੀਨਾਂ ਸੀ 30-35,000 ਦੀਆਂ, ਉਹ ਲੈ ਕੇ ਗਏ ਨੇ। ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ? ਹਾਂਜੀ, ਸਿਵਲ ਲਾਈਨ ਦੇ ਆਪਣੇ ਬਟਾਲੇ ਦੇ ਜਿਹੜੀ ਚੌਂਕੀ, ਉੱਥੇ ਆਪਾਂ ਕੰਪਲੇਂਟ ਲਿਖਾਈ ਹੈ। ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਆ ਸਿੰਬਲ ਚੌਂਕੀ ਦੇ ਵਿੱਚ ਤੁਹਾਡੀ ਕੰਪਲੇਂਟ ਡਾਕ ਰਾਹੀਂ ਜਾਏਗੀ ਤੇ ਉਹ ਤੁਹਾਡੀ ਕਾਰਵਾਈ ਕਰਨ ਆਉਣਗੇ ਅੱਗੇ। ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਜਲਦ ਤੋਂ ਜਲਦ ਜਿਹੜਾ ਇਸ ਚੀਜ਼ ਦਾ ਇਨਸਾਫ ਹੋਵੇ, ਸਾਡੀ ਜਿਹੜੀ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ ਤੇ ਜਲਦੀ ਤੋਂ ਜਲਦ ਚੋਰ ਫੜੇ ਜਾਣ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਆਮ ਜਨਤਾ ਪਰੇਸ਼ਾਨ ਦਿਖਾਈ ਦੇ ਰਹੀ ਹੈ, ਉੱਥੇ ਹੀ ਆਪਣੀ ਰੋਜ਼ੀ ਰੋਟੀ ਚਲਾਉਣ ਦੇ ਲਈ ਜੋ ਲੋਕ ਛੋਟੇ-ਮੋਟੇ ਕੰਮ ਕਰਕੇ ਆਪਣਾ ਘਰ ਚਲਾਉਂਦੇ ਹਨ, ਉਹ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਬਹੁਤ ਜ਼ਿਆਦਾ ਦੁਖੀ ਦਿਖਾਈ ਦੇ ਰਹੇ ਹਨ। ਇਸ ਸੰਬੰਧੀ ਬੋਲਦੇ ਹੋਏ ਗੰਨਾ ਜੂਸ ਅਤੇ ਸੋਡੇ ਦਾ ਕੰਮ ਕਰਨ ਵਾਲਿਆਂ ਨੂੰ ਵੀ ਦਿਨੋ-ਦਿਨ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਆਪਣਾ ਦੁੱਖ ਦੱਸਦੇ ਹੋਏ ਕਿਹਾ ਕਿ ਪੈਟਰੋਲ ਤੇ ਡੀਜ਼ਲ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਪਰ ਅਸੀਂ ਆਪਣੇ ਕਾਰੋਬਾਰ ਦੇ ਰੇਟ ਨਹੀਂ ਵਧਾ ਸਕਦੇ, ਜਿਸ ਕਰਕੇ ਸਾਡਾ ਘਰ ਚਲਾਉਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਪੈਟਰੋਲ ਤੇ ਡੀਜ਼ਲ ਦੇ ਰੇਟ ਵਧਦੇ ਪਏ ਆ, ਤੁਹਾਡਾ ਗੰਨੇ ਦਾ ਕਾਰੋਬਾਰ ਹੈ, ਕੀ ਲੱਗਦਾ ਤੁਹਾਨੂੰ ਕਿੰਨਾ ਕੁ ਫਰਕ ਪਿਆ? ਭਾਜੀ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਵਾ। ਅਸੀਂ ਤਾਂ ਮੋਦੀ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਆ, ਜਿਹੜੀ ਇਹ ਮਹਿੰਗਾਈ ਹੋ ਰਹੀ ਆ, ਇਹਨੂੰ ਤੁਰੰਤ ਜਿਹੜਾ ਵਾ ਜਲਦ ਤੋਂ ਜਲਦ ਨੋਰਮਲੀ ਕੀਤਾ ਜਾਵੇ। ਗਰੀਬ ਬੰਦਾ ਤੇ ਮਰਨ ਰਿਹਾ ਵਾ ਸਾਹ ਭਰ। ਸਰ ਤੁਹਾਨੂੰ ਜਿਹੜੇ ਰੇਟ ਵਧਦਾ ਜਿਹੜਾ ਪੈਟਰੋਲ ਡੀਜ਼ਲ ਦਾ, ਹਾਂਜੀ, ਤੁਹਾਡੇ ਵੀ ਕੋਈ ਰੋਜ਼ ਦਾ ਰੇਟ ਵਧਦਾ ਕਿ ਉਦਾਂ ਹੀ ਫਿਰ? ਸਾਡਾ ਤੇ ਅਸੀਂ ਤੇ ਰੇਟ ਨੂੰ ਕਹਿੰਦੇ ਆ ਤੇ ਗਾਹਕ ਸਾਡਾ ਰੇਟ ਭਰਦਾ ਹੀ ਨਹੀਂ ਹੈ। ਹੁਣ ਅੱਜ ਦਾ ਰੇਟ ਜੇ ਤੁਸੀਂ ਦੇਖੋ ਤਾਂ 900 ਰੁਪਏ ਕੁਇੰਟਲ ਗੰਨਾ ਜ਼ਮੀਂਦਾਰ ਦੇ ਰਹੇ ਆ, 400 ਰੁਪਏ ਕਿਲੋ ਨਿੰਬੂ ਆ, 100 ਰੁਪਏ ਲੀਟਰ ਡੀਜ਼ਲ ਹੋ ਰਿਹਾ ਵਾ, ਤੇ ਗਰੀਬ ਬੰਦਾ ਵਾ ਜਿਹੜਾ ਉਹ ਤੇ ਕੀ ਕਮਾਏਗਾ ਤੇ ਕੀ ਆਪਣੇ ਬੱਚਿਆਂ ਨੂੰ ਖਵਾਏਗਾ। ਇਸ ਕਾਰਨ ਅਸੀਂ ਬਾਰ-ਬਾਰ ਅਪੀਲ ਕਰ ਰਹੇ ਹਾਂ ਮੋਦੀ ਸਾਹਿਬ ਅੱਗੇ ਕਿ ਮੋਦੀ ਸਾਹਿਬ ਜੋ ਇਹਦੇ ਜਿੱਦਾਂ ਸਰਕਲ ਚੱਲ ਰਿਹਾ ਸੀ ਉੱਦਾਂ ਹੀ ਸਰਕਲ ਚਲਾਇਆ ਜਾਵੇ, ਕਿ ਜਿਹੜਾ ਕਿ ਗਰੀਬ ਬੰਦਾ ਵਾ ਉਹ ਵੀ ਆਪਣਾ ਰੋਟੀ ਪਾਣੀ ਬੱਚਿਆਂ ਨੂੰ ਖਵਾਉਣ ਦੇ ਹੱਕ ਦੇ ਰਹੇ। ਕੀ ਨਾਮ ਭਾਈ ਤੁਹਾਡਾ? ਮਹਿੰਦਰ ਸਿੰਘ, ਨਸੀਰਪੁਰ। ਸਰ ਜਿਹੜਾ ਡੀਜ਼ਲ ਦੇ ਰੇਟ ਵਧਦੇ ਪਏ ਆ? ਹਾਂਜੀ, ਡੀਜ਼ਲ ਬਹੁਤ ਵੱਧਦਾ ਵਾ ਤੇ ਰੇਟ ਸਾਡਾ ਤੇ ਉਹੀ ਆ, 10 ਰੁਪਏ ਦੇਣ ਦੇ ਆ, ਤੇ ਤੇਲ ਵੀ ਵੱਧਦਾ ਤੇ ਗੰਨਾ ਵੀ ਵੱਧਦਾ। ਨਿੰਬੂ ਵੇਖੋ ਜੀ 300 ਰੁਪਏ ਕਿਲੋ ਹੋ ਗਿਆ, 300 ਰੁਪਏ ਕਿਲੋ ਨਿੰਬੂ ਆ ਤੇ 10 ਰੁਪਏ ਦੇਣ ਦੇ। ਸਰ ਜਿਸ ਤਰ੍ਹਾਂ ਰੋਜ਼ ਹੀ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਪਈਆਂ ਵਾ, ਤੁਹਾਡਾ ਹਾਂਜੀ। ਕਾਰੋਬਾਰ ਡੀਜ਼ਲ ਦੇ ਸਿਰ ਤੇ ਹੀ ਆ? ਡੀਜ਼ਲ ਦੇ ਸਿਰ ਤੇ ਸਾਡਾ ਕਾਰੋਬਾਰ ਆ। ਕਸਟਮਰ ਤੁਹਾਨੂੰ ਪੈਸੇ ਵਧਾਉਂਦਾ ਜਾਂ ਨਹੀਂ ਵਧਾਉਂਦਾ? ਰੇਟ ਉਹ ਹੀ ਦਿੰਦਾ? ਸਾਨੂੰ ਰੇਟ ਉਹ ਦਿੰਦਾ, ਕੋਈ ਪੈਸਾ ਨਹੀਂ ਵਧਾਉਂਦਾ। ਫਿਰ ਕਿੱਦਾਂ ਘਰ ਚੱਲਦਾ ਤੁਹਾਡਾ? ਘਰ ਬਹੁਤ ਪਰੇਸ਼ਾਨ, ਔਖਾ ਹੀ ਆ ਕੰਮ।
ਪਹਿਲੋਂ ਕਿੰਨੇ ਦਾ ਪਵਾਉਂਦੇ ਨਹੀਂ ਤੇਲ ਤੇ ਹੁਣ ਕੀ ਹੈ? ਪਹਿਲਾਂ ਪਾਈਦਾ ਸੀ 100 ਦਾ, ਹੁਣ 300 ਰੁਪਏ ਦਾ ਪਾਈਦਾ ਵਾ ਤੇ ਦਿਹਾੜੀ। ਹਾਂ, ਤੇ ਕਮਾਈ ਘਟ ਗਈ ਹੈ। ਕਮਾਈ ਘੱਟ ਗਈ। 300 ਰੁਪਏ ਕਿਲੋ ਨਿੰਬੂ ਹੋ ਗਏ। ਹਾਂਜੀ, 800 ਰੁਪਏ ਨੂੰ ਕੁਆਂਟਲ ਗੰਨਾ ਮਿਲ ਰਿਹਾ ਵਾ। ਅੱਛਾ ਜੀ। ਅੰਕਲ ਕੀ ਨਾਮ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ। ਸਰ ਜਿਹੜੇ ਡੀਜ਼ਲ ਦੇ ਰੇਟ ਵੱਧਦੇ ਪਏ ਆ, ਜਿਹੜੇ ਰੋਹ ਵਾਲੇ, ਇਹਨਾਂ ਦਾ ਕੀ ਬਣੂਗਾ? ਇਹ ਤਾਂ ਹੁਣ ਹੱਥ ਨਾਲ ਘੇੜ ਕੇ ਜਾਉਣਗੇ। ਬਾਕੀ ਤੀਆਂ ਦਾ ਰਿਵਾਜ ਸੱਤੀ ਦਾ ਮਹਿੰਗਾ ਤੇਲ ਹੋ ਗਿਆ, ਗੰਨਾ ਮਹਿੰਗਾ, ਨਿੰਬੂ ਮਹਿੰਗਾ, ਪਹਿਲੇ ਕੋਲ ਲੋਕ ਦੇਖ ਕੁਝ 300 ਨੂੰ ਨਿੰਬੂ ਹੀ ਹੋ ਗਿਆ। ਇਹ ਹੁਣ ਹੱਥ ਨਾਲ ਘੇੜ ਕੇ ਤੇ ਫੇਰ ਹੀ ਇਹ ਰੋਹ ਪਿਆ ਸਕਦੇ, ਤਾਂ ਨਹੀਂ ਕੋਈ ਬਚਣਾ ਨਹੀਂ। ਸਰਕਾਰ ਨੂੰ ਕੀ ਚਾਹੀਦਾ ਇਹਨਾਂ ਵਾਸਤੇ? ਸਰਕਾਰ ਚਾਹੀਦਾ ਨਾ 20 ਰੁਪਏ ਉਤਾਰ ਦੇਣੀ ਚਾਹੀਦੀ, ਆਪਣਾ ਮਜ਼ਦੂਰੀ ਬਾਰੇ ਲੋਕ ਕਰਦੇ ਆ, ਫੈਸਿਲਿਟੀ ਮਿਲਣੀ ਚਾਹੀਦੀ। ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੋਣ ਜਿੱਤਣ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਹਫ਼ਤੇ ਦੇ 7 ਦਿਨ ਹੀ ਆਪਣੇ ਹਲਕੇ ਦੇ ਲੋਕਾਂ ਵਿੱਚ ਵਿਚਰਨਗੇ ਤੇ ਦਰਜਾ ਬਦਰਜਾ ਪ੍ਰਸ਼ਾਸਨਿਕ ਅਧਿਕਾਰੀਆਂ, ਆਮ ਵੋਟਰਾਂ ਅਤੇ ਆਪਣੇ ਆਗੂਆਂ ਦੀ ਹਾਜ਼ਰੀ ਵਿੱਚ ਖੁੱਲੇ ਦਰਬਾਰ ਲਗਾਉਣਗੇ। ਇਸ ਤੋਂ ਇਲਾਵਾ ਪਿੰਡਾਂ ਤੇ ਕਸਬਿਆਂ ਵਿੱਚ ਵੀ ਇਹ ਦਰਬਾਰ ਲੱਗਣਗੇ। ਇਸੇ ਲੜੀ ਤਹਿਤ ਅੱਜ ਪ੍ਰਤਾਪ ਸਿੰਘ ਬਾਜਵਾ ਨੇ BDPO ਦਫ਼ਤਰ ਕਾਨੂੰਵਾਲ ਵਿੱਚ ਬਲਾਕ ਕਾਨੂੰਵਾਲ ਦੇ ਪੰਚਾਂ, ਸਰਪੰਚਾਂ, ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਖੁੱਲਾ ਦਰਬਾਰ ਲਗਾਇਆ। ਇਸ ਮੌਕੇ ਉਹਨਾਂ ਨੇ ਵੱਖ-ਵੱਖ ਅਧਿਕਾਰੀਆਂ ਤੇ ਲੋਕ ਕੰਮਾਂ ਨਾਲ ਸੰਬੰਧਿਤ ਪ੍ਰਸ਼ਾਸਨ ਨੂੰ ਲੋਕਾਂ ਦੇ ਕੰਮ ਕਰਨ ਦੀ ਹਦਾਇਤ ਵੀ ਕੀਤੀ। ਦੇਖੋ, ਸਾਰਿਆਂ ਨੂੰ ਵੱਡੀ ਸਮੱਸਿਆ ਤੇ ਇਹ ਹੈ ਕਿ ਜਿਹੜੇ ਪਿੱਛੇ ਪੰਜਾਬ ਨਿਰਮਾਣ ਦੇ ਗਵਰਨਮੈਂਟ ਆਫ ਪੰਜਾਬ ਨੇ ਪੈਸੇ ਦਿੱਤੇ ਸੀ, ਸਾਡੇ ਇਸ ਹਲਕੇ ਨੂੰ ਤਕਰੀਬਨ 5.5 ਕਰੋੜ ਰੁਪਈਆ ਮਿਲਿਆ ਸੀ। ਕੁਝ MP ਲੈਡ ਫੰਡਸ ਦੇ ਪੈਸੇ ਸਨ, ਤਕਰੀਬਨ 6.5 ਕਰੋੜ ਰੁਪਈਆ, ਜਿਹੜਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਵਾਸਤੇ, ਵਿਸ਼ੇਸ਼ ਤੌਰ ਗਰੀਬ ਵਰਗ, ਸਾਡੇ ਈਸਾਈ ਭਾਈਚਾਰਾ, ਸਾਡੇ ਦਲਿਤ ਭਰਾ, ਸਾਡੇ ਪਿੰਡਾਂ ਦੇ ਨਿਕਾਸ ਦੇ ਪ੍ਰਬੰਧਾਂ ਦੇ ਪੈਸੇ, ਸਾਡੇ ਛੱਪੜਾਂ ਦੀ ਸਫਾਈ ਦੇ ਪੈਸੇ। ਮੈਨੂੰ ਬਹੁਤ ਅਫਸੋਸ ਹੈ ਕਿ ਮੌਜੂਦਾ ਸਰਕਾਰ ਨੇ ਇਹ ਇੱਕ ਬਦਲੇ ਦੀ ਭਾਵਨਾ, ਮੈਂ ਸਮਝਦਾ ਅਫਸੋਸ ਦੀ ਗੱਲ ਹੈ, ਰਵਾਇਤੀ ਪਾਰਟੀਆਂ ਦੇ ਕੰਮ ਕਰਦੀਆਂ ਮੈਂ ਵੇਖੀਆਂ ਸੀ ਤੇ ਸੁਣੀਆਂ। ਨਵੀਂ ਪਾਰਟੀ, ਉਸ ਨੂੰ ਮੈਂ ਉਦੋਂ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਉੱਥੇ ਵੀ ਅਪੀਲ ਕੀਤੀ ਸੀ, ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਕਿਹਾ, ਧਾਲੀਵਾਲ ਸਾਹਿਬ ਵੱਡੇ ਬਣੋ, ਵੱਡਾ ਦਿਲ ਵਿਖਾਓ, ਇਹਨਾਂ ਗਰਾਂਟਾਂ ਨਾਲ ਕੁਝ ਨਹੀਂ ਬਣਨਾ। ਤੁਸੀਂ ਤੇ ਚਵਾਨੀ ਨਹੀਂ ਸੀ ਵੰਡੀ ਤਾਂ ਤੁਹਾਨੂੰ ਲੋਕ ਲੈ ਆਏ, ਤੇ ਜਿੰਨਾ ਕਰੋੜਾਂ ਰੁਪਈਏ ਲੋਕਾਂ ਦੇ ਲੱਗ ਲੈਣ ਦਿਓ। ਜੇ ਕਿਤੇ ਕੋਈ ਇਨਕੁਆਇਰੀ ਕਰਾਣੀ ਤੇ 100% ਦੀ ਕਰਾਓ ਜਿੱਥੇ ਕੋਈ ਕੰਮ ਗਲਤ ਹੋਇਆ, ਤੇ ਜਿਹੜੇ ਜੈਨੂਅਨਲੀ 99% ਪੰਚਾਇਤਾਂ ਜਾਂ ਸ਼ਹਿਰ ਦੇ ਅੱਛੀ ਤਰ੍ਹਾਂ ਕੰਮ ਹੋ ਰਹੇ ਉਹਨਾਂ ਨੂੰ ਰੋਕਣ ਦਾ ਮਕਸਦ ਕੋਈ। ਜੇ ਰੋਕਣਗੇ ਫਿਰ ਸਾਨੂੰ ਮਜਬੂਰਨ ਕਚਹਿਰੀਆਂ ਵਿੱਚ ਵੀ ਜਾਣਾ ਪਏਗਾ। ਅਸੀਂ ਆਪਣੇ ਪਹਿਲੇ ਹੀ ਦੱਸਿਆ ਸੀ ਕਿ ਨਿਰਾ ਝੂਠ ਦੇ ਬੁਨਿਆਦ ਤੇ ਸਰਕਾਰ ਬਣੀ, ਝੂਠ ਤੇ ਬੁਨਿਆਦ। ਪਹਿਲੀ ਗਾਰੰਟੀ ਸੀ ਕਿ ਪਹਿਲੇ ਦਿਨ ਕੇਜਰੀਵਾਲ ਸਾਹਿਬ ਦੀ ਜਿੱਦਣ ਮੈਂ ਆਇਆ 300 ਯੂਨਿਟ ਬਿਜਲੀ ਦਾ ਹਰ ਪੰਜਾਬੀ ਨੂੰ ਫ੍ਰੀ ਹੋਏਗਾ। ਅੱਜ 1 ਮਹੀਨਾ ਹੋ ਚੁੱਕਾ, ਤੇ ਬਿਜਲੀ ਇਹਨਾਂ ਨੇ ਦੇਣੀ ਕੀ ਸੀ? ਬਿਜਲੀ ਤੇ ਵੈਸੇ ਗੁੱਲ ਹੋ ਗਈ। ਮੈਂ ਹੁਣੇ ਫੁੱਲੜੇ ਪਿੰਡ ਚੋਂ ਆਇਆ, ਬੇੜ ਦੇ ਪਿੰਡਾਂ ਚੋਂ ਆਇਆ, ਉੱਥੇ ਬਿਜਲੀ ਆਈ ਨੂੰ 5-5 6-6 ਦਿਨ ਹੋ ਗਏ। ਟਿਊਬਵੈੱਲਾਂ ਨੂੰ ਹੁਣ ਜਿੱਥੇ 8 ਘੰਟੇ ਇਹਨਾਂ ਨੇ ਕਿਹਾ ਸੀ ਅਸੀਂ ਬਿਨਾਂ ਕੱਟ ਤੋਂ 8 ਘੰਟੇ ਬਿਜਲੀ ਦਾਂਗੇ, ਇਸ ਟਾਈਮ 2 ਤੋਂ 3 ਘੰਟੇ ਬਿਜਲੀ ਆ ਰਹੀ ਹੈ। ਬਿਜਲੀ ਤੇ ਵੱਡੇ ਕੱਟ ਆ ਰਹੇ ਨੇ। ਅਗਲੀ ਗਾਰੰਟੀ ਸੀ, ਇਹਨਾਂ ਨੇ ਗੱਲ ਕਹੀ ਕਿ 1 ਦਿਨ ਦਾ ਮੈਨੂੰ ਵਕਤ ਦਿਓ। ਕੇਜਰੀਵਾਲ ਸਾਹਿਬ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ, ਕੇਜਰੀਵਾਲ ਸਾਹਿਬ ਤੁਸੀਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਵਾਰੀ ਗੱਲਾਂ ਕਰਕੇ ਐਵੇਂ ਗੱਲਾਂ ਹੀ ਕਹਿ ਦਿੱਤੀਆਂ। ਇੱਕ ਵਾਰ ਸਾਨੂੰ ਦਿਓ, ਤੁਸੀਂ ਇਹ ਗੱਲ ਸਮੁੱਚੀ ਪੰਜਾਬੀ ਕੌਮ ਨੂੰ ਇਹ ਯਕੀਨ ਦਵਾਇਆ ਸੀ ਕਿ ਮੈਨੂੰ 24 ਘੰਟੇ ਦਾ ਟਾਈਮ ਚਾਹੀਦਾ। ਬਰਗਾੜੀ ਤੇ ਬਹਿਬਲ ਕਲਾਂ ਦੇ ਜਿਹੜੇ ਦੋਸ਼ੀ ਨੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ, ਉਹਨਾਂ 24 ਘੰਟਿਆਂ ਦੇ ਵਿੱਚ ਮੈਂ ਲੋਕਾਂ ਸਾਹਮਣੇ ਨਸ਼ਰ ਕਰ ਦੂੰਗਾ। ਅੱਜ 1 ਮਹੀਨਾ ਗੁਜ਼ਰ ਚੁੱਕਿਆ, ਤੁਹਾਡੇ ਕੰਨ ਤੇ ਕਿਸੇ ਦੇ ਜੂੰ ਵੀ ਨਹੀਂ ਸਰਕੀ, ਤੁਸੀਂ ਨਾਂ ਵੀ ਕਦੀ ਨਹੀਂ ਲਿਆ ਕਿਸੇ ਦਾ। ਤੀਸਰੀ ਗੱਲ, ਮੈਂ ਤੁਹਾਨੂੰ ਕਹਿਣ ਦੀ ਲੋੜ ਨਹੀਂ, ਮੈਂ ਅਗਲੀ ਗੱਲ ਦੱਸਣ ਲੱਗਾ। 4 ਕਤਲ ਤੇ ਮੇਰੇ ਏਰੀਆ 'ਚ ਕੱਲ ਹੋਏ। ਹਰ ਰੋਜ਼ ਤੁਸੀਂ ਵੇਖ ਰਹੇ ਹੋ। ਹੁਣ ਗੈਂਗਸਟਰਸ ਦੀ ਇੱਕ ਇਹਨਾਂ ਬਣਾ ਦਿੱਤੀ ਹੈ ਕਿ ਇੱਕ ਸਕਾਡ ਬਣਾਇਆ ਜਾਏਗਾ ਜਿਹੜਾ ਗੈਂਗਸਟਰਸ ਨੂੰ ਇੱਕ ਇਹਦੇ ਲੱਭਾਂਗੇ ਤੇ ਇਹਨਾਂ ਤੇ ਐਕਸ਼ਨ ਲਿਆ ਜਾਏਗਾ। ਕਿੱਥੋਂ ਲੁਭਾਉਣ ਦੀ ਕੋਈ ਖੇਡ ਹੀ ਹੈ ਨਹੀਂ ਇਹਨਾਂ ਤੇ। ਵੇਖੋ, ਦੂਜੀ ਗੱਲ ਪਹਿਲੀ ਮੈਂ ਦੱਸਾਂ, ਪਹਿਲੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਮਾਨ ਸਾਹਿਬ ਪਹਿਲੇ ਆਪਣੇ ਪੁਲਿਸ ਸਟੇਸ਼ਨਾਂ ਦੀ ਨਫਰੀ ਪਤਾ ਕਰੋ। ਕਾਨੂੰਵਾਨ ਦੀ ਲੈ ਲਓ, ਮੈਂ ਆਪਣੇ ਏਰੀਆ ਦੀ ਗੱਲ ਕਰੀ, ਜਿਹੜੇ ਪੁਲਿਸ ਸਟੇਸ਼ਨ 'ਚ 100 ਬੰਦਾ ਤਾਇਨਾਤ ਚਾਹੀਦਾ ਉੱਥੇ 50 ਵੀ ਹੈ ਨਹੀਂ। ਕੋਈ ਬੰਦਾ ਲਾਅ ਐਂਡ ਆਰਡਰ ਨੂੰ ਧਿਆਨ ਮਾਰਨ ਵਾਸਤੇ ਤੇ ਬੰਦਾ ਹੀ ਕੋਈ ਨਹੀਂ। ਇਸ ਪੁਲਿਸ ਸਟੇਸ਼ਨ 'ਚ ਭੈਣੀ ਮੀਏ ਖਾਂ 'ਚ ਇੱਕ SHO ਦੀ ਦਸਤਾਰ ਲਾਈ ਗਈ, ਉਹਦੇ ਕੱਪੜੇ ਫਾੜੇ ਗਏ। ਉਹ ਦੋਸ਼ੀਆਂ ਤੇ ਅਜੇ ਤੱਕ ਤੁਸੀਂ ਕਾਰਵਾਈ ਕੋਈ ਨਹੀਂ ਕੀਤੀ। ਤੁਸੀਂ ਗੈਂਗਸਟਰਸ ਤੇ ਕਾਰਵਾਈ ਕੀ ਕਰੋਗੇ ਜੀ? ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਨੀ ਨੇ ਜਿਉਂ ਹੀ ਪਿਛਲੇ ਦਿਨੀ ਅਹੁਦਾ ਸੰਭਾਲਿਆ ਤਾਂ ਇਸ ਤੋਂ ਤੁਰੰਤ ਬਾਅਦ ਹੀ ਉਹ ਐਕਸ਼ਨ ਵਿੱਚ ਨਜ਼ਰ ਆਏ ਅਤੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਉਹ
ਪਹੁੰਚ ਗਏ ਦਾਣਾ ਮੰਡੀਆਂ ਵਿੱਚ। ਸਭ ਤੋਂ ਪਹਿਲਾਂ ਉਹ ਰਾਜਪੁਰਾ ਦੀ ਮੁੱਖ ਦਾਣਾ ਮੰਡੀ ਵਿੱਚ ਗਏ ਅਤੇ ਇੱਥੇ ਮੰਡੀ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਡੀ ਦੀ ਚੈਕਿੰਗ ਦੌਰਾਨ ਇੱਥੇ ਕਿਸਾਨਾਂ ਅਤੇ ਲੇਬਰ ਦੀ ਸਹੂਲਤ ਲਈ ਕੀਤੇ ਇਕੱਲੇ ਇੰਤਜ਼ਾਮ ਨੂੰ ਖੁਦ ਚੈੱਕ ਕਰਦੇ ਹੋਏ ਨਜ਼ਰ ਆਏ ਅਤੇ ਮੰਡੀ ਦੀ ਸਰਸਰੀ ਨਜ਼ਰਸਾਨੀ ਕਰਨ ਦੀ ਬਜਾਏ ਉਹਨਾਂ ਨੇ ਮੰਡੀ ਦੀ ਬਰੀਕੀ ਨਾਲ ਚੈਕਿੰਗ ਕੀਤੀ। ਉਹਨਾਂ ਨੇ ਮੰਡੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਦੋ ਟੁਕ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਕਣਕ ਵੇਚਣ ਮੰਡੀ ਵਿੱਚ ਆਉਣ ਵਾਲੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਘੱਟ ਹੋ ਰਹੀ ਹੈ, ਪਿੱਛੋਂ ਘੱਟ ਆ ਰਹੀ ਹੈ। ਜਿਹੜੇ ਪ੍ਰਬੰਧ ਹੈ ਉਸ ਹਿਸਾਬ ਨਾਲ ਹਾਲੇ ਤਾਂ ਠੀਕ ਹੈ, ਕੋਈ ਸ਼ਿਕਾਇਤ ਨਹੀਂ ਆ ਰਹੀ। ਅੱਗੇ ਕਣਕ ਦੀ ਆਮਦ ਜਿਹੜੀ ਵਧਣੀ ਹੈਗੀ, ਕੀ ਜਿਹੜੇ ਪ੍ਰਬੰਧ ਹੈ ਪੂਰੇ ਰਹਿ ਜਾਣਗੇ? ਅਸੀਂ ਉਹੀ ਚੈੱਕ ਕਰਨ ਆਏ ਹਾਂ ਕਿ ਕਿਉਂਕਿ ਤੁਹਾਨੂੰ ਪਤਾ ਇਸ ਵੇਲੇ ਜਿਹੜਾ ਮੌਸਮ ਹੈ ਉਹ ਸਡਨਲੀ ਕਣਕ ਪੱਕ ਗਈ ਹੈ ਤਾਂ ਛੇਤੀ ਆ ਜਾਊਗੀ। ਪੂਰਾ ਸੀਜ਼ਨ ਸ਼ਾਇਦ ਸਾਡਾ 10 ਦਿਨਾਂ ਦੀ ਹੋਣਾ ਹੈ ਤੇ ਭਰ ਸਕਦੀਆਂ ਹੈ ਮੰਡੀਆਂ। ਅਸੀਂ ਉਹੀ ਚੈੱਕ ਕਰਨ ਆਏ ਹਾਂ ਕਿ ਅਸੀਂ ਇਸ ਨੂੰ ਹੈਂਡਲ ਕਰ ਪਾਵਾਂਗੇ, ਕਿਸ ਤਰ੍ਹਾਂ ਅਸੀਂ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰਾਂਗੇ। ਉਹੀ ਮੈਂ ਪ੍ਰਬੰਧ ਚੈੱਕ ਕਰਨ ਆਈ ਹਾਂ। ਹਾਲਾਂਕਿ ਕੋਈ ਗਲਤ ਨਹੀਂ ਹੋਈ ਇੱਥੇ, ਮੈਂ ਤਾਂ ਹੀ ਆਈ ਹਾਂ। ਇੱਥੇ ਨਾਲ ਆਪਣੇ ਅਨਾਜ ਮੰਡੀ ਦੇ ਨਾਲ ਥੋਕ ਸਬਜ਼ੀ ਮੰਡੀ ਵੀ ਹੈਗੀ ਇੱਥੇ, ਉੱਥੇ ਬਹੁਤ ਵੱਡਾ ਭ੍ਰਿਸ਼ਟਾਚਾਰ ਹੁੰਦਾ ਹੈ। ਕੀ ਤੁਸੀਂ ਕਦੇ ਉਹ ਵੀ ਆ ਕੇ ਚੈੱਕ? ਡੈਫੀਨਿਟਲੀ ਮੈਂ ਜੀ ਮੇਰਾ ਸੈਕਿੰਡ ਡੇ ਹੀ ਹੈ ਅੱਜ। ਸੈਕਿੰਡ ਡੇ ਵੀ ਨਹੀਂ ਹੈ ਮੇਰਾ, ਤੁਸੀਂ ਅੱਧਾ ਡੇ ਮੰਨ ਲਓ। ਹਾਂ, ਮੈਂ ਕੱਲ ਸ਼ਾਮ ਨੂੰ ਚਾਰਜ ਲਿੱਤਾ ਹੈ ਤੇ ਤੁਹਾਨੂੰ ਜੋ ਵੀ ਕੋਈ ਸ਼ਿਕਾਇਤ ਹੈ, ਮੈਂ ਦੁਬਾਰਾ ਕਹਿ ਰਹੀ ਹਾਂ, ਆਈ ਐਮ ਹੈਪੀ। ਮੈਨੂੰ ਖੁਸ਼ੀ ਹੋਏਗੀ ਕਿ ਮੈਂ ਤੁਹਾਡੀ ਮਦਦ ਕਰ ਪਾਵਾਂ ਕਿਸੇ ਵੀ ਤਰ੍ਹਾਂ ਦੀ। ਮੈਨੂੰ ਖੁਸ਼ੀ ਹੋਏਗੀ, ਜ਼ਰੂਰ ਆ ਕੇ ਦੱਸੋ। ਥੈਂਕ ਯੂ ਸੋ ਮਚ। ਮੈਂ ਕੁਝ ਮਹੀਨੇ ਪਹਿਲਾਂ ਹੋਈ ਬਰਸਾਤ ਕਾਰਨ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਅੱਜ ਰੂਪਨਗਰ ਦੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਹਾਲੇ ਵੀ ਸਰਕਾਰ ਜਾਂ ਪ੍ਰਸ਼ਾਸਨ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ। ਮੇਰਾ ਨਾਮ ਗਿਆਨ ਸਿੰਘ ਹੈ ਜੀ। ਅੱਜ ਜਿਹੜਾ ਧਰਨਾ ਲਗਾਇਆ ਕਿੱਥੇ ਲਗਾਇਆ ਤੁਸੀਂ? ਅਸੀਂ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਧਰਨਾ ਲਗਾਇਆ। ਇਹ ਧਰਨਾ ਕਾਹਦੇ ਬਾਰੇ ਲਗਾਇਆ ਜੀ? ਇਹ ਧਰਨਾ ਇਸ ਵਾਸਤੇ ਲਗਾਇਆ ਕਿ ਸਾਡੇ ਇਲਾਕੇ ਦੇ ਵਿੱਚ, ਸਾਰੇ ਜ਼ਿਲ੍ਹੇ ਦੇ ਵਿੱਚ ਪਿੱਛੇ ਦੇ ਵੀ 2 ਮਹੀਨੇ ਪਹਿਲਾਂ ਜਿਹੜੀਆਂ ਵਰਖਾ ਪਈਆਂ ਉਹਦੇ ਨਾਲ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ। ਉਸ ਦੇ ਸਬੰਧ ਦੇ ਵਿੱਚ ਅਸੀਂ ਉਸੇ ਵੇਲੇ ਤੋਂ ਹੀ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ, ਪਰ ਸਰਕਾਰ ਨੇ ਅੱਜ ਤੱਕ ਕੋਈ ਵੀ ਤਸੱਲੀ ਵਾਸਤੇ ਜਵਾਬ ਨਹੀਂ ਦਿੱਤਾ। ਉਹਦੇ ਕਰਕੇ ਸਾਨੂੰ ਮਜਬੂਰ ਵੀ ਬਸ 3 ਦਿਨ ਦਾ ਇਹ ਲਗਾਤਾਰ ਧਰਨਾ ਅੱਜ ਜਿਹੜੀ ਸੰਕੇਤਕ ਧਰਨਾ ਰੱਖਿਆ ਤੇ ਕੱਲ੍ਹ ਨੂੰ ਅਤੇ ਪਰਸੋਂ ਨੂੰ 2 ਦਿਨ ਫਿਰ ਧਰਨਾ ਦਿੱਤਾ ਜਾਏਗਾ। ਜਿਹੜੀਆਂ ਜੇ ਇਹ ਸਰਕਾਰਾਂ ਤੁਹਾਡੀਆਂ ਨਹੀਂ ਮੰਗਾਂ ਪੂਰੀਆਂ ਕਰਦੀਆਂ ਤਾਂ ਇਹ ਧਰਨਾ ਕਿੱਥੇ ਤੱਕ ਜਾਊਗਾ? ਜੇ ਤਾਂ ਸਰਕਾਰ ਨੇ ਨਾ ਉਹ ਕੀਤਾ ਤਾਂ ਅਗਲਾ ਜਿਹੜਾ ਸਟੈਪ ਆ ਭੁੱਖ ਹੜਤਾਲ ਦਾ ਹੋਏਗਾ। ਉਸ ਤੋਂ ਬਾਅਦ ਜੇ ਨਾ ਹੀ ਫਿਰ ਵੀ ਸਰਕਾਰ ਨੇ ਉਹ ਕਰਿਆ ਤਾਂ ਇਹ ਮਰਨ ਵਰਤ ਤੱਕ ਵੀ ਜਾ ਸਕਦਾ, ਕਿਉਂਕਿ ਅਸੀਂ ਤਾਂ ਲੋਕਾਂ ਦੇ ਜਿਹੜਾ ਹੱਕ ਹੈ ਉਹ ਲੈਣ ਵਾਸਤੇ ਕੋਈ ਵੀ ਕੁਰਬਾਨੀ ਕਰਨ ਵਾਸਤੇ ਤਿਆਰ ਹੈ। ਮੇਰਾ ਨਾਮ ਮਾਸਟਰ ਜਗਤਾਰ ਸਿੰਘ ਲੌਦੀ ਮਾਜਰਾ। ਹਾਂਜੀ, ਜਿਹੜਾ ਧਰਨਾ ਲਾਇਆ ਜੀ ਕਾਹਦੇ ਬਾਰੇ ਲਾਇਆ? ਅੱਜ ਅਸੀਂ ਇਹ ਸੰਕੇਤਕ ਧਰਨਾ ਜਿਹੜਾ ਇਲਾਕਾ ਸੁਧਾਰ ਕਮੇਟੀ ਲੌਦੀ ਮਾਜਰਾ ਵੱਲੋਂ ਲਗਾਇਆ ਗਿਆ। ਪਿਛਲੇ 2 ਮਹੀਨਿਆਂ ਤੋਂ ਜਦੋਂ ਬਾਰਿਸ਼ ਪਈ ਆ, ਬਾਰਿਸ਼ ਦੇ ਕਾਰਨ ਜਿਹੜੀਆਂ ਰੋਪੜ ਤੋਂ ਲੈ ਕੇ ਘੱਟੋ ਘੱਟ ਨੰਗਲ ਤੱਕ ਕੋਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਕਣਕ ਦੀ ਸੀ ਫਸਲ ਸੀ ਉਹ ਖਰਾਬ ਹੋ ਚੁੱਕੀ ਆ, ਜਿਹਦੇ ਵਾਸਤੇ ਅਸੀਂ ਵੱਖ-ਵੱਖ ਆਫੀਸਰ ਜੀ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ, ਬਾਕੀ ਸਾਰੇ ਅਦਾਰਿਆਂ ਨੂੰ ਅਸੀਂ ਨੋਟਿਸ ਭੇਜ ਚੁੱਕੇ ਆ। ਮੰਗ ਪੱਤਰ ਦਿੱਤੇ ਸੀ ਕਿ ਜਿਹੜਾ ਮੁਆਵਜ਼ਾ ਇਹਦਾ ਜਿਹੜਾ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ, ਕਿਉਂਕਿ ਕਿਸਾਨ ਨਾਲ ਜਿਹਨਾਂ ਨਾਲ ਕਣਕ ਪੈਦਾ ਕੀਤੀ ਆ ਉਹਨਾਂ ਨੂੰ ਘੱਟੋ ਘੱਟ ਇੱਕ ਕਿੱਲਾ ਤਿਆਰ ਕਰਨ ਵਾਸਤੇ 20-20 ਹਜ਼ਾਰ ਰੁਪਈਆ ਉਹਨਾਂ ਦਾ ਖਰਚਾ ਆਇਆ। ਉਹਨਾਂ ਦਾ ਖਰਚਾ ਤਾਂ ਕੀ ਮੁੰਨਾ ਸੀ, ਉਹ ਸਾਰੀ ਕਣਕ ਜਿਹੜੀ ਸੀ ਉਹ ਮੀਂਹ ਦੇ ਪਾਣੀ ਕਾਰਨ ਖਰਾਬ ਹੋ ਗਈ। ਤੇ ਸਰਕਾਰ ਵੱਲੋਂ ਅਸੀਂ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਮੁਆਵਜ਼ਾ ਬਣਦਾ, ਜਿੰਨਾ ਮੁਆਵਜ਼ਾ ਬਣਦਾ ਹੈ ਸਰਕਾਰ ਵੱਲੋਂ ਕਣਕ ਦਾ ਸਾਨੂੰ ਦਿੱਤਾ ਜਾਵੇ, ਕਿਉਂਕਿ ਜਿਹਦੇ ਕਿਸਾਨ ਦੀ ਇੱਕ ਵਾਰੀ ਫਸਲ ਖਰਾਬ ਹੋ ਗਈ ਉਹ ਮੁੜ ਕੇ ਉਹ ਬਹੁਤ ਮੁਸ਼ਕਿਲ ਨਾਲ ਉੱਠਦਾ ਹੈ ਤੇ ਉਹਦੀ ਜ਼ਿੰਦਗੀ ਜਿਹੜੀ ਉਹ ਸਾਰੀ ਤਬਾਹ ਹੋ ਜਾਂਦੀ ਹੈ। ਅਸੀਂ ਸਰਕਾਰ ਕੋਲ ਵੀ ਮੰਗ ਕਰਦੇ ਆ ਕਿ ਜਲਦ ਤੋਂ ਜਲਦੀ ਸਾਡਾ ਇਹ ਇੱਥੇ ਗੁਰਦੌਰੀ ਕਰਵਾ ਕੇ ਸਾਡਾ ਜਿਹੜਾ ਮੁਆਵਜ਼ਾ ਉਹ ਬਣਦਾ ਉਹ ਸਾਨੂੰ ਦਿੱਤਾ ਜਾਵੇ, ਤਾਂ ਕਿ ਕਿਸਾਨ ਆਪਣੀ ਅਗਲੀ ਫਸਲ ਜਿਹੜੀ ਹੈ ਉੱਥੇ ਉਹ ਬੀਜ ਸਕੇ। ਜੇ ਤੁਹਾਡੀ ਮੰਗਾਂ ਨਾ ਪੂਰੀਆਂ ਅੱਗੇ ਕਿਆ ਅਸੀਂ ਅੱਗੇ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਅੱਗੇ ਅਸੀਂ ਭੁੱਖ ਹੜਤਾਲ ਅਸੀਂ ਜ਼ਰੂਰ ਕਰਾਂਗੇ। ਜੇ ਸਾਡੀਆਂ ਮੰਗਾਂ ਕਿਸੇ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਨਾ ਸੁਣੀਆਂ ਤਾਂ ਅਸੀਂ ਅੱਗੇ ਭੁੱਖ ਹੜਤਾਲ ਰੱਖਾਂਗੇ। ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਰੋਪੜ ਵਿਖੇ ਕਿਸਾਨ ਸਲਾਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਹਨਾਂ ਨਾਲ ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਵੀ ਮੌਜੂਦ ਰਹੇ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਕਿਸਾਨ ਦੇਸ਼ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨੀ ਦੇ ਲਈ ਖਾਸ ਕਰਕੇ ਪਿਛਲੇ 2 ਸਾਲ ਬਹੁਤ ਹੀ ਔਖਾ ਸਮਾਂ ਸੀ। ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰਕੇ ਕਿਸਾਨ ਦੀ ਰੂਹ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਖੇਤੀ ਵੇਲੇ ਹੁਣ ਚੱਲ ਰਹੇ ਨੇ ਪੰਜਾਬ ਦੇ ਦੇਸ਼ ਦੀ ਰੀੜ੍ਹ ਦੀ ਹੱਡੀ
ਪੰਜਾਬ ਤੇ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਜਾਨ ਕਿਸਾਨ ਹੁੰਦਾ ਤੇ ਬੜੀ ਮੰਦਭਾਗੀ ਗੱਲ ਸੀ। ਪਿਛਲਾ ਕੁਝ ਸਮਾਂ ਖਾਸ ਕਰਕੇ ਪਿਛਲੇ 2-3 ਸਾਲ ਕਿਸਾਨਾਂ ਨੇ ਬਹੁਤ ਮਾੜੇ ਦੇਖੇ, ਜਿੱਥੇ ਉਹ ਖੇਤੀ ਕਾਨੂੰਨ ਲਾਗੂ ਕਰਕੇ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੇਸ਼ ਦੀ ਰੂਹ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੋਦੀ ਸਰਕਾਰ ਵੱਲੋਂ, ਪਰ ਪੰਜਾਬ ਨੇ ਪੂਰੇ ਦੇਸ਼ ਦੀ ਲੜਾਈ ਲੜ ਕੇ, ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਲੜਾਈ ਲੜ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਬਚਾਇਆ। ਤੇ ਸਾਡੀ ਸਰਕਾਰ ਦਾ ਵਾਅਦਾ ਸੀਗਾ, ਸਾਡੀ ਪਾਰਟੀ ਦਾ ਵਾਅਦਾ ਸੀ, ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਦਾ ਵਾਅਦਾ ਸੀ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਾਅਦਾ ਸੀ ਕਿ ਹੁਣ ਪੰਜਾਬ 'ਚ ਇੱਕ ਇਮਾਨਦਾਰ ਸਰਕਾਰ ਆ ਗਈ ਹੈ। ਸਿਰਫ ਦੇਸ਼ ਨੂੰ ਨਹੀਂ, ਪੂਰੀ ਦੁਨੀਆ ਦੇ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬ ਦੇ ਕਿਸਾਨੀ ਮਾਡਲ ਦੇ ਚਰਚੇ ਹੋਣਗੇ। ਸ਼ੁਰੂਆਤ ਹੋ ਗਈ ਇਹ ਮੇਲੇ ਉਹਨਾਂ ਦੀ। ਮੈਂ ਕਹਿਣਾ ਚਾਹੂੰਗਾ ਜਿਹੜੀ ਕਿਸਾਨੀ ਹੈ ਉਹ ਪੰਜਾਬ ਅਤੇ ਸਾਡੇ ਦੇਸ਼ ਦੀ ਰੂਹ ਹੈ, ਰੀੜ੍ਹ ਦੀ ਹੱਡੀ ਹੈ। ਬੜੀ ਮੰਦਭਾਗੀ ਗੱਲ ਸੀ ਕਿ ਪਿਛਲੀ ਸਰਕਾਰਾਂ ਵੱਲੋਂ ਤੇ ਖਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਹੀ ਮੁਲਕ ਦੀ ਰੀੜ੍ਹ ਦੀ ਹੱਡੀ ਦੇ ਉੱਤੇ ਵਾਰ ਕੀਤੇ ਗਏ, ਆਪਣੀ ਹੀ ਰੂਹ ਦੇ ਉੱਤੇ ਵਾਰ ਕੀਤੇ ਗਏ ਤੇ ਐਂ ਸੀਗਾ ਕਿ ਕਿਸਾਨਾਂ ਨੂੰ ਖਤਮ ਕਰ ਦਿਓ, ਸਿਰਫ ਇੱਕ ਕਾਰਪੋਰੇਟ ਜਗਤ ਆ ਜਾਵੇ। ਪਰ ਪੰਜਾਬ ਦੇ ਕਿਸਾਨਾਂ ਨੇ ਪੂਰੇ ਮੁਲਕ ਦੇ ਕਿਸਾਨਾਂ ਨੂੰ ਨਾਲ ਲੈ ਕੇ ਦੇਸ਼ ਦੀ ਲੜਾਈ ਲੜੀ ਤੇ ਉਹਦੇ 'ਚ ਜਿੱਤ ਹਾਸਲ ਕੀਤੀ। ਜਿਹੜੀ ਮੋਦੀ ਸਰਕਾਰ ਕਿਸੇ ਮੋਹਰੇ ਗੋਡੇ ਨਹੀਂ ਟੇਕਦੀ ਸੀ, ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਤੇ ਦੇਸ਼ ਦੇ ਕਿਸਾਨਾਂ ਦੇ ਮੂਹਰੇ ਝੁਕਣਾ ਪਿਆ ਤੇ ਉਹ ਜਿਹੜੇ ਕਾਨੂੰਨ ਸੀ, ਕਾਲੇ ਕਾਨੂੰਨ, ਉਹ ਵਾਪਸ ਲੈਣੇ ਗਏ। ਆਮ ਆਦਮੀ ਪਾਰਟੀ, ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਇਹ ਹੈ ਕਿ ਪੰਜਾਬ ਦਾ ਕਿਸਾਨੀ ਮਾਡਲ ਸਿਰਫ ਦੇਸ਼ ਨਹੀਂ ਪੂਰੀ ਦੁਨੀਆ 'ਚ ਮਿਸਾਲ ਬਣੇ, ਉਹਦੇ ਤੇ ਕੰਮ ਚੱਲ ਰਿਹਾ। ਭਗਵੰਤ ਮਾਨ ਜੀ ਖੁਦ ਇੱਕ ਕਿਸਾਨ ਦੇ ਪੁੱਤ ਨੇ, ਸਾਡੇ ਸਾਰੇ ਜਿਹੜੇ ਐਮਐਲਏ ਆ ਖੁਦ ਅਸੀਂ ਆਮ ਘਰਾਂ ਦੇ ਧੀਆਂ ਪੁੱਤ ਨੇ, ਸਾਨੂੰ ਪਤਾ। ਇਸ ਕਰਕੇ ਮੈਂ ਹੀ ਕਹਿਣਾ ਚਾਹੂੰਗਾ, ਵਿਸ਼ਵਾਸ ਰੱਖੋ, ਵਕਤ ਦਿਓ ਪੰਜਾਬ ਦਾ ਕਿਸਾਨੀ ਮਾਡਲ ਸਪੈਸ਼ਲ ਕੰਮ ਕੀਤਾ ਜਾਊਗਾ, ਕੁਝ ਨਹੀਂ, ਕਿਉਂਕਿ ਪਿਛਲਾ ਕੁਝ ਨਹੀਂ ਰਿਹਾ। ਮੈਂ ਤੁਹਾਨੂੰ ਇਹ ਕਹਿ ਰਿਹਾ ਜੀ, ਗੱਲਾਂ ਦਾ ਕੋਈ ਫਾਇਦਾ ਨਹੀਂ, ਕੰਮ ਸਾਡੇ ਕੰਮ ਬੋਲਣਗੇ। ਜਲੰਧਰ ਦੇ 2 ਮੂਰੀਆ ਪੁਲ ਦੇ ਨੇੜੇ ਕਿਸ਼ਨਪੁਰਾ ਚੌਂਕ ਦੇ ਵੱਲ ਜਾਂਦੀ ਹੋਈ ਸਵਿਫਟ ਗੱਡੀ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਆਟੋ ਨਾਲ ਟਕਰਾ ਕੇ ਬੇਕਾਬੂ ਹੋ ਗਈ। ਇਸ ਹਾਦਸੇ ਵਿੱਚ ਆਟੋ ਅਤੇ ਗੱਡੀ ਦੋਵੇਂ ਹੀ ਟੁੱਟ ਗਏ ਅਤੇ ਆਟੋ ਚਾਲਕ ਨੂੰ ਜ਼ਖਮੀ ਹਾਲਤ ਵਿੱਚ ਗੱਡੀ ਚਲਾਉਣ ਵਾਲੀ ਔਰਤ ਇਲਾਜ ਕਰਵਾਉਣ ਲਈ ਲੈ ਗਈ ਅਤੇ ਮੌਕੇ ਤੇ ਥਾਣਾ 3 ਦੀ ਪੁਲਿਸ ਪਹੁੰਚੀ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਤੇ ਕਿੱਥੇ ਜਾ ਰਹੇ ਸੀਗੇ? ਆਪਣੇ ਘਰ ਜਾਂਦੇ। ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ? ਕੀ ਗੱਲਬਾਤ ਕੀ ਹੋਈ ਇੱਥੇ? ਕੱਲ ਕੁਛ ਨਹੀਂ, ਅਸੀਂ ਆ ਰਹੇ ਹਾਂ। ਤੇ ਤੁਸੀਂ ਇਹ ਜਿਹੜੀ ਗੱਡੀ ਹੈ ਇਹ ਸਪੀਡ ਜ਼ਿਆਦਾ ਸੀਗੀ ਜਿਸ ਕਰਕੇ ਹਾਦਸਾ? ਨਹੀਂ, ਸਾਡੀ ਗੱਡੀ ਦੀ ਸਪੀਡ ਨਹੀਂ ਸੀ। ਅੱਛਾ, ਗੱਡੀ ਕੌਣ ਚਲਾ ਰਿਹਾ ਸੀਗਾ? ਬੇਟੀ ਚਲਾ ਰਹੀ ਸੀ। ਬੇਟੀ ਚਲਾ ਰਹੀ ਸੀਗੀ। ਤੇ ਗੱਡੀ ਦੇ ਵਿੱਚ ਕਿੰਨੇ ਜਣੇ ਮੌਜੂਦ ਸੀਗੇ ਤੁਹਾਡੇ? ਹਾਂਜੀ। ਤੁਹਾਡੀ ਗੱਡੀ 'ਚ ਕਿੰਨੇ ਜਣੇ ਮੌਜੂਦ ਸੀਗੇ? ਇੱਕ ਬੱਚਾ ਸੀ, ਅੱਗੇ ਤੇ 2 ਜਾਣੇ। ਤੁਹਾਡੇ ਕਿਸੇ ਸੱਟ ਵਗੈਰਾ ਤਾਂ ਨਹੀਂ ਲੱਗੀ? ਤੇ ਆਟੋ ਦੇ ਵਿੱਚ ਕਿੰਨੇ ਜਣੇ ਸੀਗੇ? ਆਟੋ ਦਾ ਨਹੀਂ। ਸਰ ਮੈਂ ਪੀਸੀਆਰ ਮੋਟਰਸਾਈਕਲ 36 ਦੀ ਡਿਊਟੀ ਕਰਦਾ ਜੀ ਤੇ ਅਸੀਂ ਕਿਸ਼ਨਪੁਰਾ ਚੌਂਕ ਵਿੱਚ ਖੜੇ ਸੀ, ਮੈਂ ਤੇ ਮੇਰਾ ਸਾਥੀ ਕਰਮਚਾਰੀ, ਤੇ ਸਾਨੂੰ ਇੱਕ ਰਾਹਗੀਰ ਨੇ ਆ ਕੇ ਦੱਸਿਆ ਕਿ ਹੁਣੇ ਸਾਬਕਾ ਕੌਂਸਲਰ ਨੇ ਬਾਲੀ ਸਾਹਿਬ ਕਿ ਉਹਨਾਂ ਦੇ ਆਫਿਸ ਦੇ ਅੱਗੇ ਇੱਕ ਕਾਰ ਤੇ ਆਟੋ ਦਾ ਐਕਸੀਡੈਂਟ ਹੋਇਆ। ਅਸੀਂ ਦੋਨੋਂ ਕਰਮਚਾਰੀ ਆਪਣੀ ਸਰਕਾਰੀ ਬਾਈਕ ਤੇ ਇੱਥੇ ਮੌਕੇ ਤੇ ਪਹੁੰਚੇ ਆ ਤੇ ਆ ਕੇ ਦੇਖਿਆ ਕਿ ਇਹ ਜਿਹੜੀ ਕਾਰ ਆ ਸਵਿਫਟ, ਇਹਨੂੰ ਨੇਹਾ ਨਾਂ ਦੀ ਲੜਕੀ ਚਲਾ ਰਹੀ ਸੀ ਤੇ ਕਾਰ ਦੇ ਵਿੱਚ ਉਹਦੀ ਮਾਤਾ ਤੇ ਉਹਦੀ ਬੇਟੀ ਸਵਾਰ ਸੀਗੇ ਤੇ ਉਹ ਕਿਸ਼ਨਪੁਰਾ ਚੌਂਕ ਤੋਂ ਦਮੋਰੀਆ ਪੁਲ ਸਾਈਡ ਨੂੰ ਜਾ ਰਹੇ ਸੀਗੇ ਤੇ ਉਹਨਾਂ ਦੀ ਗੱਡੀ ਦਾ ਟਾਇਰ ਇੱਕਦਮ ਕਹਿੰਦੇ ਪੈਂਚਰ ਹੋ ਗਿਆ। ਦੇਖਣ ਵਾਲਿਆਂ ਨੇ ਦੱਸਿਆ ਕਿ ਇੱਕਦਮ ਪੈਂਚਰ ਹੋਣ ਨਾਲ ਲੇਡੀ ਜਿਹੜੀ ਆ ਉਹ ਪੈਨਿਕ ਹੋ ਗਈ, ਉਹ ਘਬਰਾਹਟ ਦੇ ਵਿੱਚ ਆ ਕੇ ਤੇ ਉਹਨਾਂ ਤੋਂ ਕੋਈ ਗੱਡੀ ਕੰਟਰੋਲ ਨਹੀਂ ਹੋਈ ਤੇ ਇਹ ਆਟੋ ਵਿੱਚ ਵੱਜ ਗਈ ਜੀ। ਤੇ ਉਸ ਤੋਂ ਬਾਅਦ ਵੀ ਆਟੋ ਵਾਲੇ ਦੇ ਸੱਟ ਥੋੜੀ ਜਿਹੀ ਜ਼ਿਆਦਾ ਆ। ਜਿਹੜੀ ਨੇਹਾ ਆ ਗੱਡੀ ਚਾਲਕ ਸੀਗੀ, ਉਹ ਆਟੋ ਡਰਾਈਵਰ ਨੂੰ ਲੈ ਕੇ ਤੇ ਹਸਪੀਟਲ ਗਏ। ਸਰ ਪਤਾ ਚੱਲਾ ਹੈ ਕਿ ਆਟੋ ਜਿਹੜਾ ਡਰਾਈਵਰ ਹੈ ਕਿੱਥੇ ਦਾ ਰਹਿਣ ਵਾਲਾ ਹੈ? ਨਹੀਂ ਸਰ, ਇਹ ਨਹੀਂ ਪਤਾ ਚੱਲ ਕਿਹੜੀ ਜਗ੍ਹਾ ਤੋਂ ਕਿੱਧਰ ਜਾ ਰਿਹਾ ਸੀ ਕੋਈ? ਇਹ ਦਮੋਰੀਆ ਪੁਲ ਤੋਂ ਕਿਸ਼ਨਪੁਰਾ ਸਾਈਡ ਜਾ ਰਿਹਾ ਸੀ। ਆਟੋ ਦੇ ਵਿੱਚ ਕੁਝ ਪਤਾ ਚੱਲਿਆ ਕਿ ਕਿੰਨੇ ਵਿਅਕਤੀ ਜਿਹੜੇ ਉਸ ਟਾਈਮ ਸਵਾਰ ਸੀਗੇ? ਨਹੀਂ, ਇਹ ਨਹੀਂ ਪਤਾ ਚੱਲਿਆ। ਬਸ ਇਹ ਆ ਵੀ ਇੰਨਾ ਪਤਾ ਵੀ ਸਾਡੇ ਆਉਣ ਤੋਂ ਪਹਿਲਾਂ ਨੇਹਾ ਜੀ ਜਿਹੜੇ ਗੱਡੀ ਚਲਾ ਰਹੇ ਸੀ ਉਹ ਆਟੋ ਡਰਾਈਵਰ ਨੂੰ ਲੈ ਕੇ ਜਾ ਚੁੱਕੇ ਸੀ। ਉਹਨਾਂ ਦੇ ਮਾਤਾ ਜੀ ਸੀਗੇ ਤੇ ਉਹਨਾਂ ਦਾ ਬ੍ਰਦਰ ਆ ਗਿਆ ਸੀ ਮੌਕੇ 'ਤੇ। ਉਹ ਕਹਿੰਦੇ ਵੀ ਅਸੀਂ ਵੀ ਉੱਥੇ ਜਾ ਰਹੇ ਹਾਂ ਹਸਪੀਟਲ ਤੇ ਤਾਂ ਜੋ ਉਹਦੀ ਕੇਅਰ ਹੋ ਸਕੇ ਆਟੋ ਡਰਾਈਵਰ। ਥਾਣਾ ਕਿਹੜਾ ਪੈਂਦਾ ਜੀ? ਇਹ ਥਾਣਾ PS ਡਿਵੀਜ਼ਨ 3 ਪੈਂਦਾ ਜੀ। ਨਾਭਾ ਵਿਖੇ ਚੇਅਰਮੈਨ ਬਲਾਕ ਸੰਮਤੀ ਨਾਭਾ ਨੇ ਪ੍ਰੈਸ ਕਾਨਫਰੰਸ ਕਰਕੇ BDPO ਨਾਭਾ ਤੇ ਭ੍ਰਿਸ਼ਟਾਚਾਰ ਕਰਨ ਤੇ ਇਲਜ਼ਾਮ ਲਗਾਏ ਹਨ।
ਦੂਜੇ ਪਾਸੇ ਜਦੋਂ ਬੀਡੀਪੀਓ ਨਾਭਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੇ ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਬੀਡੀਪੀਓ ਨਾਭਾ ਨੇ ਕਿਹਾ ਕਿ ਮੈਂ ਹਾਲੇ ਤਕਰੀਬਨ 2 ਜਾਂ 3 ਮਹੀਨਿਆਂ ਪਹਿਲਾਂ ਹੀ ਨਾਭਾ ਵਿਖੇ ਜੁਆਇਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ, ਜਿਸ ਦੀ ਕਿ ਮੈਨੂੰ ਇਨਕੁਆਇਰੀ ਕੀਤੇ ਜਾਣ ਦੀ ਮਹਿਕਮੇ ਵੱਲੋਂ ਕਿਹਾ ਗਿਆ ਸੀ, ਪਰ ਉਲਟਾ ਮੇਰੇ ਤੋਂ ਹੀ ਬੇਬੁਨਿਆਦ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਪੁਰਾਣੀ ਸ਼ਹਿਰ ਮੁਕਤਸਰ ਦੀ ਪਹਿਲਾਂ ਦੀ ਪੜਤਾਲ ਹੈ, ਉਹ ਸਰਕਾਰ ਦੇ ਧਿਆਨ ਵਿੱਚ ਹੀ ਹੈ, ਜਿਸ ਦੀ ਜਾਂਚ ਵਿੱਚ ਮੈਂ ਕੋਈ ਦੋਸ਼ੀ ਨਹੀਂ ਹਾਂ। ਮਾਨ ਜੀ ਵੱਲੋਂ ਵੀ ਇੱਥੇ ਤੁਸੀਂ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ, ਤੁਹਾਡਾ ਕੀ ਕਹਿਣਾ? ਬੇਬੁਨਿਆਦ ਇਲਜ਼ਾਮ ਆ ਜੀ, ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਇਹ ਮੈਨੂੰ ਤਾਂ 2-3 ਮਹੀਨੇ ਹੋ ਗਏ ਇੱਥੇ ਜੁਆਇਨ ਕੀਤਾ ਮੈਂ ਨਾਭਾ, ਤੇ ਇਹਨਾਂ ਨੇ ਜਿਹੜੇ ਸਾਡੇ ਸੰਮਤੀ ਫੰਡ ਆਇਆ ਸੀ ਸਾਰਾ ਮਿਸਯੂਜ਼ ਕੀਤਾ ਜੀ। ਉਹਦੇ ਜਿਮ, RO ਹੋਰ ਇਹੋ ਜਿਹੇ ਕੰਮ ਕਰਾਏ ਜਿਹੜੇ ਸਾਡੇ ਉਹਦੇ 'ਚ ਹੈ ਹੀ ਨਹੀਂ ਗੇ ਜੀ, ਜਿਹੜੇ ਸਾਨੂੰ ਪਿੱਛੋਂ ਮਨਾਹੀ ਸੀ ਕਰਨ ਤੋਂ। ਉਹ ਵੀ ਪ੍ਰੈਕਟੀਕਲ ਨਾ ਜਿਮ ਆਏ ਆ ਪਿੰਡਾਂ ਦੇ ਵਿੱਚ ਤੇ ਨਾ ਹੀ RO ਆਏ ਪੂਰੀ ਤਰ੍ਹਾਂ। ਹੁਣ ਮੈਨੂੰ ਕਿਸੇ ਨੇ ਦੱਸਿਆ ਵੀ ਰੱਖਦੇ ਰੁਕਦੇ ਪਏ ਹੁਣ ਕਿਤੇ ਜੀ। ਤੁਹਾਡਾ ਮਤਲਬ ਇਸ ਮਾਮਲੇ ਤੇ ਵੀ ਉਹਨਾਂ ਦੇ ਫਿਰ ਜੋ ਇਲਜ਼ਾਮ ਲਾਏ ਨੇ ਤੁਹਾਡੇ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਮੇਰੀ ਤਾਂ ਜਿਹੜੇ ਲਾਏ ਉਹ ਤਾਂ ਮੇਰੀ ਪੁਰਾਣੀ ਇਨਕੁਆਇਰੀ ਚੱਲਦੀ ਪਈ ਆ ਜੀ, ਆਲਰੇਡੀ ਹਜੇ ਪੈਂਡਿੰਗ ਹੈ ਜੀ, ਤੇ ਉਹ ਇਹਨਾਂ ਨੇ ਚੱਕ ਲਈ ਕਿਉਂਕਿ ਇਹ ਆਪਣੇ ਜਿਹੜੇ ਇਹਨਾਂ ਦਾ ਹੁਣ ਨਵਾਂ ਚੱਲ ਰਿਹਾ ਵਾ ਇਹ ਉਹਨੂੰ ਹੋਣ ਵਾਸਤੇ ਪਿਛਲਾ ਮੇਰਾ ਕਰੀ ਜਾਂਦੇ ਆ, ਜਦ ਕਿ ਪਿੱਛੇ ਦਾ ਆਲਰੇਡੀ ਸਰਕਾਰ ਦੇ ਸਾਰੇ ਧਿਆਨ ਦੇ ਵਿੱਚ ਆ, ਉਹਨਾਂ ਕੋਲ ਪੈਂਡਿੰਗ ਹੈ ਜੀ। ਜਦੋਂ ਮੈਨੂੰ ਦੋਸ਼ੀ ਦੇਣਗੇ ਜਾਂ ਸਜ਼ਾ ਤਾਂ ਉਹਨਾਂ ਨੇ ਦੇਣੀ ਹੈ ਜੀ। ਪਹਿਲਾਂ ਵੀ ਮਤਲਬ ਇਹ 5-4 ਮਹੀਨੇ ਪਹਿਲਾਂ ਵੀ ਇਹ ਇੱਥੇ ਲੱਗਣ ਵਾਸਤੇ ਆ ਰਿਹਾ ਸੀ ਬੀਡੀਪੀਓ ਨਾਭੇ। ਜਦੋਂ ਵੀ ਇਹ ਮਿਲਿਆ ਕਿਤੇ ਮੰਤਰੀ ਸਾਹਿਬ ਨੂੰ ਵੀ ਮਿਲਿਆ ਹੋਊਗਾ, ਮੇਰੇ ਲਵੇ ਵੀ ਇਹ ਆਇਆ, ਮੈਂ ਇਹਨੂੰ ਉਸ ਟਾਈਮ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵੀ ਚਲੋ ਸੋਚ ਲੈਂਦੇ ਹਾਂ। ਜਦੋਂ ਮੈਂ ਇਹਦਾ ਪਤਾ ਕਰਾਇਆ ਤਾਂ ਮੈਨੂੰ ਇਹਦਾ ਪਤਾ ਲੱਗਿਆ ਤਾਂ ਮੈਨੂੰ ਫਿੱਟ ਨਹੀਂ ਲੱਗਿਆ। ਫਿਰ ਇਹਨੇ ਕੀ ਕਰਿਆ ਜੀ, ਉਸ ਟਾਈਮ ਇਹ ਚੁੱਪ ਕਰ ਗਿਆ। ਜਦੋਂ ਚੁੱਪ ਕਰ ਗਿਆ ਤਾਂ ਜਦੋਂ ਕੋਰਟ ਲੱਗਣ ਤੋਂ 10 ਕੁ ਦਿਨ ਪਹਿਲਾਂ, ਹਫ਼ਤਾ ਕੁ ਪਹਿਲਾਂ ਇਹਨੇ ਆਪਣਾ ਕਿਸੇ ਨਾ ਕਿਸੇ ਲੋਟ ਇੱਥੇ ਆਪਣੀ ਬਦਲੀ ਕਰਾ ਕੇ ਇੱਥੇ ਆ ਗਿਆ। ਜਦੋਂ ਵੀ ਮੈਂ ਇਹਨੂੰ ਕਿਹਾ, ਮੈਂ ਕਿਹਾ ਵਰਿੰਦਰ ਕੁਮਾਰ ਜੀ ਤੁਸੀਂ ਇੱਥੇ ਠੀਕ ਨਹੀਂ ਰਹਿਣਾ ਹੈਗਾ, ਵੀ ਮਤਲਬ ਠੀਕ ਨਹੀਂ ਚੱਲਿਆ ਜਾਣਾ। ਚਲੋ ਇਹ ਕਹਿਣ ਲੱਗਿਆ, ਮੈਂ ਇੱਥੋਂ ਉੱਠ ਕੇ ਚਲਿਆ ਗਿਆ। ਮੈਨੂੰ ਕਿਉਂ, ਮੈਂ ਕਿਹਾ ਵੀ ਮੈਂ ਨਹੀਂ ਇਸ ਵੀਡੀਓ ਨਾਲ ਚੱਲ ਸਕਦਾ ਸਰਕਾਰ ਚੱਲਦੀ ਦੇ ਵਿੱਚ। ਚਲੋ ਉਸ ਟਾਈਮ ਸਾਡੇ ਜਿਹੜੇ ਮੰਤਰੀ ਸਾਹਿਬ ਤੇ ਤ੍ਰਿਪਤਿੰਦਰ ਸਿੰਘ ਬਾਜਵਾ, ਅਸੀਂ ਉਹਨਾਂ ਦੇ ਧਿਆਨ 'ਚ ਵੀ ਮੈਂ ਜਾ ਕੇ ਲਿਆਂਦਾ। ਮੈਂ ਕਿਹਾ ਜੀ ਨਾਭੇ ਜਿਹੜੇ ਵੀਡੀਓ ਸਾਹਿਬ ਲਾਏ ਨੇ ਵੀ ਉਹ ਠੀਕ ਨਹੀਂ ਹੈਗਾ। ਕੀ ਦੋਸ਼ ਨੇ ਤੁਹਾਡੇ ਵੱਲੋਂ? ਇਹਦਾ ਕੀ ਜਿਹੜਾ ਬੈਕਗਰਾਉਂਡ ਪਤਾ ਕਰਿਆ, ਮੁਕਤਸਰ ਸਾਹਿਬ ਰਹੇ ਵੀਡੀਓ, ਉੱਥੇ ਕਰੋੜਾਂ ਰੁਪਏ ਦਾ ਫੰਡਾਂ ਦੇ ਵਿੱਚ ਫੇਰਬਦਲ ਹੋਈ, ਉਹ ਇਨਕੁਆਇਰੀ ਚੱਲਦੀ ਸੀ। ਉਹਦਾ ਮਤਲਬ ਮੈਨੂੰ ਉੱਥੋਂ ਜਦੋਂ ਮੈਂ ਤਾਂ ਫੋਨ ਤੇ ਪਤਾ ਕਰਿਆ ਮਤਲਬ ਬੰਦਿਆਂ ਤੋਂ, ਉਹਨਾਂ ਨੇ ਉਸ ਟਾਈਮ ਦੱਸਿਆ ਤਾਂ ਮੈਂ ਜੱਕ ਗਿਆ। ਫਿਰ ਇੱਕ ਥਾਵੇਂ ਮਤਲਬ ਵੀਡੀਓ ਹੋਣ ਦੇ ਨਾਲ ਖੂਹੀਆਂ ਸਰਵਰ ਬਲਾਕ ਦੇ ਵਿੱਚ ਵਾਢੀਵਾਲਾ ਪਿੰਡ ਹੈ। ਕਿਸਾਨਾਂ ਨੂੰ ਖੇਤੀਬਾੜੀ ਦੀ ਨਵੀਂ ਤਕਨੀਕ ਅਤੇ ਨਵੀਂ ਮਸ਼ੀਨਰੀ ਦੀ ਜਾਣਕਾਰੀ ਦੇਣ ਹਿੱਤ ਖੇਤੀਬਾੜੀ ਵਿਭਾਗ ਰੂਪਨਗਰ ਦੇ ਵੱਲੋਂ ਰੂਪਨਗਰ ਦੀ ਨਵੀਂ ਅਨਾਜ ਮੰਡੀ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਦਿਨੇਸ਼ ਚੱਡਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਹਾਂਜੀ ਸਰ, ਕੀ ਨਾਮ ਹੈ ਜੀ? ਜਗਵੀਰ ਸਿੰਘ ਹੈ ਜੀ ਮੇਰਾ ਪਿੰਡ। ਕਿੰਨੇ ਏਕੜ ਖੇਤੀ ਕਰਦੇ ਹੋ? ਮੇਰੇ ਕੋਲ 20 ਕਿੱਲੇ ਦੀ ਖੇਤੀ ਹੈ ਜੀ। ਅੱਛਾ, ਕਿਵੇਂ ਦੇਖਦੇ ਹੋ ਖੇਤੀ ਦਾ ਜਿਹੜਾ ਹੈਗਾ ਕਿਸਾਨ ਮੇਲੇ ਲਾਏ ਜਾਂਦੇ ਇਸ ਤਰ੍ਹਾਂ ਦੇ ਜਾਗਰੂਕ ਕੀਤਾ ਜਾਂਦਾ, ਕਿੰਨਾ ਫਾਇਦਾ ਹੁੰਦਾ ਇਹਦੇ ਵਿੱਚ ਖੇਤੀ? ਦੇਖੋ ਜੀ, ਮੇਰੇ ਕਹਿਣ ਮੁਤਾਬਕ ਤਾਂ ਜੇ ਉਹ ਸਮਝਦੇ ਹਾਂ ਅਸੀਂ ਕੋਈ ਫਾਇਦਾ ਨਹੀਂ ਹੈ ਨਾ ਗੱਲਾਂ ਦਾ, ਇਹ ਤਾਂ ਇੱਕ ਸਿਰਫ ਖਾਨਾ ਪੂਰਤੀ ਹੋ ਕੇ ਰਹਿ ਗਿਆ ਜੀ। ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਵੀ ਝੋਨਾ ਜਿਹੜਾ ਉਹਦੀ ਲਾਗਤ ਘਟਾਈਏ, ਪਾਣੀ ਸਾਡਾ ਖਤਮ ਹੋ ਰਿਹਾ। ਦੂਜੇ ਪਾਸੇ ਜਿਹੜਾ ਝੋਨੇ ਦਾ ਬਦਲ ਹੈ, ਮੱਕੀ ਕਹਿ ਲਈਏ ਅਸੀਂ, ਮੱਕੀ ਦਾ ਜਿਹੜਾ MSP ਮੁੱਲ ਹੈ, ਘੱਟੋ ਘੱਟ ਸਮਰਥਨ ਮੁੱਲ, ਉਹ ਤੋਂ ਉਹ 30 ਹਿੱਸੇ ਤੇ ਸਮਝ ਲਓ ਮੱਕੀ ਵਿਕ ਰਹੀ ਹੈ। ਜਿਹਦਾ ਰੇਟ 2500 ਹੋਣਾ ਚਾਹੀਦਾ, ਉਹ ਸਾਡੀ ਮੱਕੀ 600 ਰੁਪਈਆ 700 ਰੁਪਈਆ ਕੁਇੰਟਲ ਵਿਕਦੀ, ਜਿਹਦਾ ਜਿਹੜਾ ਸਾਡਾ ਖਰਚਾ ਤੱਕ ਨਹੀਂ ਪੂਰਾ ਹੁੰਦਾ ਜਿਹੜਾ ਉਹਦੀ ਲਵਾਈ ਤੇ ਆਉਂਦਾ। ਜੀ ਸਰ, ਕਿਸਾਨ ਮੇਲਾ ਲਗਾਇਆ ਗਿਆ, ਮਕਸਦ ਕੀ ਹੈ ਜੀ? ਕਿਸਾਨ ਮੇਲਾ ਜਿਹੜਾ ਖੇਤੀਬਾੜੀ ਮਹਿਕਮਾ ਹੈ, ਸਾਡੇ ਸਾਉਣੀ ਦਾ ਸੀਜ਼ਨ ਤੇ ਹਾੜੀ ਦੇ ਸੀਜ਼ਨ ਤੋਂ ਸ਼ੁਰੂਆਤ ਦੇ ਵਿੱਚ ਅਸੀਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਲਾਉਂਦੇ ਹਾਂ, ਜਿਹਦੇ ਵਿੱਚ ਵੱਖ-ਵੱਖ ਮਾਹਰ, ਜਿੱਦਾਂ ਹੁਣ ਅੱਜ ਅਸੀਂ ਸਾਉਣੀ ਦਾ ਮੇਲਾ ਲਾ ਰਹੇ ਹਾਂ, ਇਹਦੇ ਵਿੱਚ ਜਿਹੜੀਆਂ ਫਸਲਾਂ ਜਿਵੇਂ ਝੋਨਾ, ਮੱਕੀ, ਇਹਦੇ ਬਾਰੇ ਪੂਰੀ ਟੈਕਨੀਕਲ ਜਾਣਕਾਰੀ ਜਿਹੜੀ ਕਿਸਾਨਾਂ ਨੂੰ ਅਸੀਂ ਦੇ ਰਹੇ ਹਾਂ। ਇਸ ਤੋਂ ਬਾਅਦ ਸਾਡੇ ਬਲਾਕ ਪੱਧਰ ਤੇ ਕੈਂਪ ਲੱਗਣਗੇ, ਜਿਨ੍ਹਾਂ ਦੇ ਵਿੱਚ ਬਲਾਕ ਦੇ ਜ਼ਿਮੀਂਦਾਰ,
ਉਸ ਤੋਂ ਬਾਅਦ ਪਿੰਡ ਪੱਧਰ ਤੇ ਵੀ ਸਾਡੀ ਟੀਮ ਜਿਹੜੀ ਹੈ ਜਾ ਕੇ ਇਦਾਂ ਦੇ ਕੈਂਪ ਜਿਹੜੇ ਲਾਉਂਦੀ ਹੈ। ਬਦਲਵੀਂ ਖੇਤੀ ਨੂੰ ਲੈ ਕੇ ਕਿਵੇਂ ਉਤਸ਼ਾਹਿਤ ਕਰ ਰਹੇ, ਕਿਉਂਕਿ ਝੋਨੇ ਜਾਂ ਕਣਕ ਦੇ ਕਾਰਨ ਜਿਹੜਾ ਧਰਤੀ ਖਰਾਬ ਹੋ ਰਹੀ, ਪਾਣੀ ਖਤਮ ਹੋ ਰਿਹਾ। ਬਦਲਵੀਂ ਖੇਤੀ ਦਾ ਪ੍ਰਬੰਧ ਜਿੱਦਾਂ ਝੋਨੇ ਦੇ ਥੱਲੇ ਏਰੀਆ ਹੈ, ਅਸੀਂ ਇਸ ਸਾਲ 3000 ਹੈਕਟੇਅਰ ਰਕਬਾ ਜਿਹੜਾ ਮੱਕੀ ਥੱਲੇ ਲੈ ਕੇ ਆਵਾਂਗੇ ਝੋਨੇ ਤੋਂ ਕੱਢ ਕੇ। ਉਹਦੇ ਨਾਲ ਪਾਣੀ ਦੇ ਪੱਧਰ ਤੇ ਅਸੀਂ ਸਿੱਧੀ ਬਿਜਾਈ ਵੀ ਕਿਸਾਨਾਂ ਨੂੰ ਤਰਜੀਹ ਦਿੰਦੇ ਹਾਂ। ਤਾਂ ਜੋ ਕਿਸਾਨਾਂ ਨੂੰ ਜਿਹੜਾ ਇਹਦਾ ਬੈਨੀਫਿਟ ਮਿਲੇ ਖੇਤੀ ਮੇਲੇ ਦਾ, ਕਿਉਂਕਿ ਰਵਾਇਤੀ ਤੌਰ ਤੇ ਜਿੱਦਾਂ ਪੁਰਾਣੇ ਚੱਲੇ ਆ ਰਹੇ ਉਦਾਂ ਹੀ ਖੇਤੀ ਮੇਲੇ ਹੁਣ ਪੰਜਾਬ ਤੇ ਦੇਸ਼ ਦੀ ਰੀੜ੍ਹ ਦੀ ਹੱਡੀ, ਪੰਜਾਬ ਤੇ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਜਾਨ ਕਿਸਾਨ ਹੁੰਦਾ। ਤੇ ਬੜੀ ਮੰਦਭਾਗੀ ਗੱਲ ਸੀ ਕਿ ਪਿਛਲਾ ਕੁਝ ਸਮਾਂ, ਖਾਸ ਕਰਕੇ ਪਿਛਲੇ 2-3 ਸਾਲ ਕਿਸਾਨਾਂ ਨੇ ਬਹੁਤ ਮਾੜੇ ਦੇਖੇ, ਜਿੱਥੇ ਉਹ ਖੇਤੀ ਕਾਨੂੰਨ ਲਾਗੂ ਕਰਕੇ ਦੇਸ਼ ਦੀ ਰੀੜ੍ਹ ਦੀ ਹੱਡੀ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੇਸ਼ ਦੀ ਰੂਹ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੋਦੀ ਸਰਕਾਰ ਵੱਲੋਂ। ਪਰ ਪੰਜਾਬ ਨੇ ਪੂਰੇ ਦੇਸ਼ ਦੀ ਲੜਾਈ ਲੜ ਕੇ, ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਲੜਾਈ ਲੜ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਬਚਾਇਆ। ਤੇ ਸਾਡੀ ਸਰਕਾਰ ਦਾ ਇਹ ਵਾਅਦਾ ਸੀਗਾ, ਸਾਡੀ ਪਾਰਟੀ ਦਾ ਇਹ ਵਾਅਦਾ ਸੀ, ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਦਾ ਵਾਅਦਾ ਸੀ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਾਅਦਾ ਸੀ ਕਿ ਹੁਣ ਪੰਜਾਬ 'ਚ ਇੱਕ ਇਮਾਨਦਾਰ ਸਰਕਾਰ ਆ ਗਈ ਹੈ। ਸਿਰਫ ਦੇਸ਼ ਨੂੰ ਨਹੀਂ, ਪੂਰੀ ਦੁਨੀਆ ਦੇ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬ ਦੇ ਕਿਸਾਨੀ ਮਾਡਲ ਦੇ ਚਰਚੇ ਹੋਣਗੇ। ਸ਼ੁਰੂਆਤ ਹੋ ਗਈ ਇਹ ਮੇਲੇ ਉਹਨਾਂ ਦੇ ਸ਼ੁਰੂਆਤ। ਮਾਤਾ ਚੰਦ ਕੌਰ ਦੇ ਕਤਲ ਦਾ ਇਨਸਾਫ ਲੈਣ ਲਈ ਬਟਾਲਾ ਦੀ ਨਾਮਧਾਰੀ ਸੰਗਤ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕਿਹਾ ਕਿ ਮਾਤਾ ਚੰਦ ਕੌਰ ਜੀ ਦਾ ਕਤਲ 4 ਅਪ੍ਰੈਲ 2016 ਨੂੰ ਸ਼੍ਰੀ ਭੈਣੀ ਸਾਹਿਬ ਵਿਖੇ ਹੋਇਆ ਸੀ, ਜਿੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਉਹਨਾਂ ਕਿਹਾ ਕਿ ਅੱਜ 6 ਸਾਲ ਬੀਤ ਜਾਣ ਤੋਂ ਬਾਅਦ ਵੀ ਨਾਮਧਾਰੀ ਸੰਗਤ ਨੂੰ ਮਾਤਾ ਚੰਦ ਕੌਰ ਜੀ ਦੇ ਕਤਲ ਦਾ ਕੋਈ ਇਨਸਾਫ ਨਹੀਂ ਮਿਲਿਆ। ਮਾਤਾ ਚੰਦ ਕੌਰ ਜੀ ਦੇ ਕਤਲ ਦੇ ਵਿਰੋਧ ਵਿੱਚ ਅੱਜ ਆਪਾਂ ਰੋਸ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਮਾਤਾ ਚੰਦ ਕੌਰ ਜੀ ਦਾ ਕਤਲ ਅਪ੍ਰੈਲ 2016 ਨੂੰ ਹੋਇਆ ਸੀ, ਜਿਸ ਕਤਲ ਨੂੰ 4 ਸਾਲ ਹੋ ਗਏ ਨੇ, ਅੱਜ 6 ਸਾਲ ਹੋ ਗਏ ਨੇ। ਅੱਜ 2022 ਆ ਗਿਆ ਹੈ, ਪਰ ਮਾਤਾ ਜੀ ਦੇ ਕਤਲ ਦਾ ਕੋਈ ਵੀ ਸੁਰਾਗ ਕਿਤੇ ਨਹੀਂ ਲੱਭਿਆ। ਆਪਾਂ ਪਹਿਲੋਂ ਵੀ ਸਰਕਾਰ ਕਾਂਗਰਸ ਦੀ ਸੀ, ਉਸ ਨੂੰ ਵੀ ਆਪਾਂ ਰੋਸ ਮੁਜ਼ਾਹਰੇ ਕਰਕੇ DC ਨੂੰ ਮੰਗ ਪੱਤਰ ਦਿੱਤੇ, ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਹੁਣ ਭਗਵੰਤ ਮਾਨ ਜੀ ਦੀ ਸਰਕਾਰ ਆ, ਆਪ ਦੀ ਸਰਕਾਰ ਆਈ ਹੈ, ਨਾ ਕੇਂਦਰ ਸਰਕਾਰ ਨੇ ਕੋਈ ਸੁਣਵਾਈ ਕੀਤੀ ਹੈ, ਨਾ ਪੰਜਾਬ ਸਰਕਾਰ ਨੇ ਕੋਈ ਸੁਣਵਾਈ ਕੀਤੀ ਹੈ। ਮਾਤਾ ਜੀ ਦੇ ਕਤਲ ਨੂੰ ਅੱਜ 6 ਸਾਲ ਹੋ ਗਏ ਨੇ, ਕੋਈ ਸੁਰਾਗ ਨਹੀਂ, ਕੋਈ ਪਤਾ ਨਹੀਂ ਲੱਗਿਆ, ਕੋਈ ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਆਪਾਂ ਇਹੀ ਰੋਸ ਮੁਜ਼ਾਹਰਾ ਕਰਨ ਵਾਸਤੇ ਨਾਮਧਾਰੀ ਪੰਥ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨੇ ਨਾਮਧਾਰੀ ਪੰਥ ਸਾਰੇ ਦੇਸ਼ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ, ਤੇ ਮਾਤਾ ਚੰਦ ਕੌਰ ਜੀ ਦਾ ਕਤਲ ਹੋ ਗਿਆ, ਉਹਦੇ ਬਾਰੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਹਦੇ ਬਾਰੇ ਆਪਾਂ ਬਹੁਤ ਰੋਸ ਮੁਜ਼ਾਹਰਾ ਕਰਦੇ ਹਾਂ, ਤੇ ਆਪਾਂ ਇਹ ਕਹਿੰਦੇ ਜੇ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਾ ਕੀਤੀ ਤੇ ਇਹ ਰੋਸ ਮੁਜ਼ਾਹਰੇ ਜਿਹੜੇ ਆ ਇਹ ਵੱਡੇ ਪੱਧਰ ਤੇ ਕੀਤੇ ਜਾਣਗੇ ਤੇ ਸਰਕਾਰ ਦੇ ਕੰਨ ਖੋਲ੍ਹੇ ਜਾਣਗੇ। ਇਹ ਹੋਏ ਆ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਫੜਨ ਲਈ ਰੋਸ ਪ੍ਰਦਰਸ਼ਨ ਕਰਨ ਲਈ। ਮਾਤਾ ਜੀ ਦਾ ਕਤਲ ਹੋਇਆ ਸੀ 4 ਅਪ੍ਰੈਲ 2016 ਨੂੰ। 6 ਸਾਲ ਪੂਰੇ ਹੋ ਗਏ ਨੇ ਤੇ 7ਵਾਂ ਸਾਲ ਸ਼ੁਰੂ ਹੋ ਗਿਆ ਏ। ਅਸੀਂ ਪਰ ਅੱਜ ਵੀ ਮਾਤਾ ਜੀ ਦੇ ਕਾਤਲਾਂ ਨੂੰ ਫੜਨ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਵੀ ਕਿਤੇ ਵੀ ਅਸੀਂ ਹਰਿਆਣਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਤੇ ਕੇਂਦਰ ਨੂੰ ਬਾਰ-ਬਾਰ ਮੰਗ ਪੱਤਰ ਦੇ ਚੁੱਕੇ ਹਾਂ, ਬਾਰ-ਬਾਰ ਅਸੀਂ ਧਰਨੇ ਦੇ ਚੁੱਕੇ ਹਾਂ, ਪਰ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋਈ। ਮਾਤਾ ਜੀ ਦਾ ਕਤਲ ਸ਼੍ਰੀ ਭੈਣੀ ਸਾਹਿਬ ਵਿਖੇ ਹੋਇਆ ਸੀ, ਜਿੱਥੇ ਕੋਈ ਕਾਂ ਵੀ ਨਹੀਂ ਫੜਕ ਸਕਦਾ। ਪਰ ਹੈਰਾਨੀ ਦੀ ਗੱਲ ਆ, ਅਫਸੋਸ ਦੀ ਗੱਲ ਆ ਕਿ ਅੱਜ 6 ਸਾਲਾਂ ਦੇ ਬਾਅਦ ਵੀ ਸਾਡੇ ਹੱਥ ਕੋਈ ਵੀ ਕਾਤਲ, ਕੋਈ ਵੀ ਸਬੂਤ ਨਹੀਂ ਲੱਗਿਆ। ਇਹਦੇ ਸਿੱਧੇ ਜਿਹੜੇ ਸਵਾਲ ਆ ਪ੍ਰਸ਼ਾਸਨ 'ਤੇ ਉੱਠਦੇ ਨੇ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਮਾਤਾ ਜੀ ਦੇ ਕਾਤਲਾਂ ਨੂੰ ਫੜਿਆ ਜਾਵੇ। ਮਾਤਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ, ਤੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਮਾਤਾ ਜੀ ਦੇ ਕਾਤਲਾਂ ਨੂੰ ਫੜਿਆ ਜਾਵੇ ਤਾਂ ਕਿ ਸਾਨੂੰ ਵੀ ਸੁੱਖ ਸ਼ਾਂਤੀ ਮਿਲੇ। ਹਲਕਾ ਫਤਿਹਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਤੇ ਬੀਜੇਪੀ ਦੇ ਸੀਨੀਅਰ ਆਗੂ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਸਰਹੰਦ ਪੱਟੀ ਫਾਰਮ ਵਿਖੇ ਬੀਜੇਪੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਬੀਜੇਪੀ ਦੀ ਸਥਾਪਨਾ ਦਿਵਸ ਮੌਕੇ ਦਿੱਤੀ ਗਈ ਸੰਦੇਸ਼ ਸੁਣਿਆ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੀਦਾਰ ਸਿੰਘ ਭੱਟੀ, ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ, ਬੀਜੇਪੀ ਦੇ ਸਰਹੰਦ ਮੰਡਲ ਦੇ ਪ੍ਰਧਾਨ ਅੰਕੁਰ ਸ਼ਰਮਾ ਨੇ ਕਿਹਾ ਹੈ ਕਿ ਬੀਜੇਪੀ 2024 ਵਿੱਚ ਦੁਬਾਰਾ ਕੇਂਦਰ ਵਿੱਚ ਆਪਣੀ ਸਰਕਾਰ ਬਣਾਏਗੀ ਅਤੇ ਉਹਨਾਂ ਦੇਸ਼ ਵਾਸੀਆਂ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਸਥਾਪਨਾ ਦਿਵਸ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਗਿਆ ਔਰ ਸਾਰੇ ਇਲਾਕੇ ਦੇ ਵਿੱਚੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਹਿਬਾਨ, ਸ਼ਹਿਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਜਿਹੜੇ ਸੀਨੀਅਰ ਆਗੂ ਸਾਡੇ ਔਰ ਸਾਰਿਆਂ ਨੇ ਬੈਠ ਕੇ ਪ੍ਰਧਾਨ ਮੰਤਰੀ ਸਾਹਿਬ ਦਾ ਸੰਬੋਧਨ ਵੀ ਸੁਣਿਆ
ਜਿਹੜਾ ਵਰਚੁਅਲ ਉਹਨਾਂ ਨੇ ਸੰਬੋਧਨ ਕੀਤਾ ਹੈ ਔਰ ਸਾਡਾ ਬਹੁਤ ਵੱਡਾ ਉਤਸ਼ਾਹ ਹੈ ਔਰ ਬਹੁਤ ਵੱਡਾ ਜਿਹੜਾ ਕੰਮ ਦੇਸ਼ ਦੇ ਵਿੱਚ ਸਰਕਾਰ ਕਰ ਰਹੀ ਆ ਔਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜਾ ਉਤਸ਼ਾਹ ਪਾਇਆ ਜਾ ਰਿਹਾ ਵਰਕਰਾਂ ਦੇ ਵਿੱਚ। ਅੱਜ ਮੈਂ ਸਾਰੇ ਹੀ ਸਾਡੇ ਸਭ ਦੇ ਹਾਜ਼ਰ ਸੱਜਣ ਮਿੱਤਰ ਜਿੰਨੇ ਨੇ ਸੀਨੀਅਰ ਆਗੂ ਸਾਹਿਬਾਨ ਸਮੇਤ ਵਰਕਰ ਸਾਹਿਬਾਨ ਉਹਨਾਂ ਨੂੰ ਔਰ ਸਾਡੇ ਇਲਾਕੇ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਬੀਜੇਪੀ ਨਾਲ ਜੁੜੇ ਹੋਏ ਸਾਰੇ ਸੀਨੀਅਰ ਆਗੂ ਸਾਹਿਬਾਨ ਔਰ ਕੱਲੇ ਦੇਸ਼ ਵਾਸੀ ਨੂੰ ਭਾਰਤੀ ਜਨਤਾ ਪਾਰਟੀ ਦੇ ਇਸ ਸਥਾਪਨਾ ਦਿਵਸ ਦੀਆਂ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਜਿਹੜੀ ਇਹ ਦੇਸ਼ ਦੇ ਹਿੱਤਾਂ ਨੂੰ ਸਮਰਪਿਤ ਪਾਰਟੀ ਆ ਬਹੁਤ ਵੱਡੀ ਸੇਵਾ ਔਰ ਕੱਲੇ ਜਿਹੜਾ ਬਸ਼ਰ ਦੇ ਨਾਲ ਸਿੱਧੇ ਤੌਰ ਤੇ ਜੁੜ ਕੇ ਲੋਕਾਂ ਦੇ ਕਲਿਆਣ ਦੇ ਵਾਸਤੇ ਦੇਸ਼ ਦੀ ਤਰੱਕੀ ਉੱਨਤੀ ਖੁਸ਼ਹਾਲੀ ਹਰ ਇੱਕ ਦੇ ਦੀ ਤਰੱਕੀ ਵਾਸਤੇ ਜਿਹੜੀ ਆ ਸਭ ਦਾ ਸਾਥ ਸਭ ਦਾ ਵਿਕਾਸ ਵਾਲੀ ਜਿਹੜੀ ਗੱਲ ਹੈ ਇਹ ਸਾਬਤ ਕਰ ਰਹੀ ਆ। ਜਨਤਾ ਪਾਰਟੀ ਦੇ ਸਥਾਪਨਾ ਦਿਵਸ ਤੇ ਮੈਂ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਔਰ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਜਿਵੇਂ ਦੇਸ਼ ਦੇ ਅੰਦਰ ਲੋਕਾਂ ਦੀ ਸੇਵਾ ਕਰ ਰਹੀ ਹੈ, ਲੋਕਾਂ ਲਈ ਨਵੇਂ ਪ੍ਰੋਗਰਾਮ ਦੇ ਰਹੀ ਹੈ, ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ 'ਚ ਜਿਹੜਾ ਭਾਰਤੀ ਜਨਤਾ ਪਾਰਟੀ ਦੁਆਰਾ ਅਗਰ ਚੋਣਾਂ ਵਿੱਚ ਆਏਗੀ ਤਾਂ ਦੇਸ਼ ਦੇ ਲੋਕ ਦੁਆਰਾ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਔਰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਾਂ ਦੀ ਇਸੇ ਤਰੀਕੇ ਨਾਲ ਸੇਵਾ ਕਰਦੀ ਰਹੇਗੀ। ਅਬੋਹਰ ਦੇ ਨਸ਼ਾ ਛਡਾਓ ਕੇਂਦਰ ਦੇ ਦਵਾਈ ਲੈਣ ਲਈ ਆਉਣ ਵਾਲੇ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਤੇ ਦਵਾਈ ਲੈਣ ਪਹੁੰਚੇ ਮਰੀਜ਼ਾਂ ਨੇ ਕਿਹਾ ਕਿ ਉਹ ਇੱਥੇ ਦਵਾਈ ਲੈਣ ਲਈ ਆਪਣੇ ਸਾਰੇ ਕੰਮਕਾਰ ਛੱਡ ਕੇ ਬੜੀ ਦੂਰੋਂ ਆਉਂਦੇ ਹਨ। ਅੱਗੋਂ ਦਵਾਈ ਲੈਣ ਲਈ ਉਹਨਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਖੜੇ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਦਵਾਈ ਪੂਰੀ ਦਿੱਤੀ ਜਾਂਦੀ ਸੀ, ਪਰ ਹੁਣ ਦਵਾਈ ਘਟਾ ਕੇ ਥੋੜੀ ਮਾਤਰਾ ਵਿੱਚ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨਾਲ ਅਜਿਹਾ ਨਵੀਂ ਸਰਕਾਰ ਬਣਨ ਤੋਂ ਬਾਅਦ ਹੀ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਨਸ਼ਾ ਛਡਾਊ ਕੇਂਦਰ ਤੇ ਜਿਹੜੀ ਦਵਾਈ ਉਹਨਾਂ ਨੂੰ ਨਸ਼ਾ ਛੱਡਣ ਲਈ ਦਿੱਤੀ ਜਾ ਰਹੀ ਹੈ ਉਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ, ਪਰ ਇਹ ਮਜਬੂਰੀ ਕਾਰਨ ਇਹ ਦਵਾਈ ਲੈ ਰਹੇ ਹਨ। ਬੜੀ ਤਕਲੀਫ ਮੈਂ ਤਾਂ ਤੁਰਿਆ ਨਹੀਂ ਜਾਂਦਾ, ਗੋਡੇ ਨਹੀਂ ਖੜਦੇ, ਦਿਨ ਜਾਓ ਅੱਡੀ ਲੰਮੀ ਲਾਈਨ ਬਣੀ, ਹਜ਼ਾਰਾਂ ਲੋਕ ਖੜੇ ਆ। ਗਰਮੀ ਪੀਣ ਲਈ ਪਾਣੀ ਇਹਨਾਂ ਨੂੰ ਸਰਕਾਰ ਨੂੰ ਦੀਦੇ ਆ, ਪਾਣੀ ਪੀਣ ਨੂੰ ਨਹੀਂ ਕੁਛ ਨਹੀਂ, ਉਹ ਬੰਦ ਹੋਇਆ ਪਿਆ ਵਾਟਰ ਬਖਸ਼ਿਆ ਇਹਨਾਂ ਦਾ, ਪਾਣੀ ਪੀਣ ਨੂੰ ਨਾ ਕੁਛ ਨਹੀਂ ਹੈਗਾ ਇੱਥੇ। ਆਪੂ ਜੀ ਜਿਹੜੀ ਸਰਕਾਰ ਤਾਂ ਅਸੀਂ ਆਣੇ ਕੋਈ ਵੀ ਹੋਵੇ ਮਤਲਬ ਜਿਹੜੀ ਹੋਣੇ ਤਾਂ ਇੱਕ ਵਾਰ ਤਾਂ 5 ਸਾਲ ਧੱਕੇ ਨਾਲ ਕੱਢਣਗੇ, ਇਹ ਤਾਂ ਕੱਢਣਗੇ, ਪਰ ਇਹਨਾਂ ਨੂੰ ਇਹ ਬੇਨਤੀ ਹੈ ਵੀ ਮਤਲਬ ਨਸ਼ਾ ਖੋਲ ਦੇਣ ਉਸ ਦਾ ਠੇਕੇ ਖੋਲ ਦੇਣ, ਨਹੀਂ ਤਾਂ ਬਜਾਈ ਕਰਾ ਦੇਣ 5-10 ਮਰਲੇ ਜ਼ਿਮੀਦਾਰਾਂ ਨੂੰ ਬਜਾਈ ਕਰਾ ਦੇਣ, ਐਸ਼ਾ ਲੈਣਗੇ ਅਗਲੇ ਉਹ ਨਾਲੇ ਤੋਤੇ ਰੱਜਣਗੇ ਨਾਲੇ ਐਸ਼ਾ ਲੈਣਗੇ ਸਾਰੇ, ਬੜੇ ਸੌਖੇ ਰਹਿਣਗੇ ਲੋਕ, ਜਨਤਾ ਬੜੀ ਸੌਖੀ ਰਹੇਗੀ। ਜਾਂ ਫਿਰ ਗੋਲੀਆਂ ਫੁੱਲ ਵਧਾ ਕੇ ਫੁੱਲ ਕਰਾਂਗੇ ਕੰਮ ਵੀ ਤਾਂ ਕਰਾਂਗੇ। ਤਾਂ ਹੋਵੇ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਨਹੀਂ ਖਾਂਦਾ, ਕੀ ਹੋਇਆ ਜੇ 100 ਚੋਂ ਇੱਕ ਨਹੀਂ ਖਾਂਦਾ ਤਾਂ ਸਾਰੇ ਅੱਜ ਜਿੰਨੇ ਵੇਖ ਲਓ ਜਨਤਾ ਜਿੰਨੀ ਪੰਜਾਬ 'ਚ ਸਾਰੇ ਮੁੰਡਿਆਂ ਤੋਂ ਲੈ ਕੇ ਤੇ ਬਜ਼ੁਰਗਾਂ ਤੋਂ ਸਾਰੇ ਆਏ ਖੜੇ ਤੇ ਨਹੀਂ ਤਾਂ ਘਰੋਂ ਘਰ ਆਪਦਾ ਕੰਮ ਕਰਦੇ ਸੀ, ਅੱਗੇ ਐਸ਼ ਲੈਂਦੇ ਸੀ, ਸਾਰੇ ਕੰਮ ਨਿਬੇੜਦੇ ਸੀ ਟਾਈਮ ਨਾਲ 4 ਵਜੇ ਉੱਠਣਾ, ਅਗਲਿਆਂ ਨੇ ਜਾਣਾ ਖੇਤਾਂ 'ਚ, ਹੁਣ ਉੱਠਿਆ ਨਹੀਂ ਜਾਂਦਾ, ਗੋਲੀਆਂ ਖਾ ਕੇ ਅਗਲੇ ਗੋਡੇ ਰਹਿ ਪਏ, ਲੋਕਾਂ ਦਾ ਸਰੀਰ ਰਹਿ ਪਿਆ, ਨਮਰਦ ਕਰਨਗੇ ਇਹਨਾਂ ਨੂੰ। ਉਹ ਪਹਿਲਾਂ ਸਹੂਲਤਾਂ ਉਹਨਾਂ ਨੇ ਬੜੀਆਂ ਦਿੱਤੀਆਂ ਨੇ, ਪਰ ਉਹਨਾਂ ਦਾ ਕੰਮ ਵੀ ਇੱਕ ਮਾੜਾ ਜਿਹੜਾ ਉਹਨਾਂ ਨੇ ਪੋਸਟ ਬੰਦ ਕਰਾਏ ਆ, ਬਾਦਲਾਂ ਨੇ ਕਰਾਏ ਆ, ਇਹ ਨਹੀਂ ਕਰਾਉਣੇ ਚਾਹੀਦੇ ਸੀ। ਰਾਜਸਥਾਨ 'ਚ ਵੀ ਮੋਦੀ ਨਾਲ ਰਲ ਕੇ ਕਰਾਏ ਆ। ਹਾਂ ਖੇਤੀ ਲਵਾ ਦੇਗਾ ਫਿਰ ਆਪੇ ਨਹੀਂ ਆਉਣਾ, ਪੰਜਾਬ ਬਚੇਗਾ, ਫਿਰ ਆਪੇ ਪੰਜਾਬ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਬਚੇਗੀ। ਕੇਜਰੀਵਾਲ ਕਰੇਗਾ, ਕੇਜਰੀਵਾਲ ਤਾਂ ਉਹ ਰਾਜਸਥਾਨ ਆਪਦੇ ਉਧਰ ਹਰਿਆਣੇ 'ਚ ਦਿੱਲੀ ਨੂੰ ਜਾਏਗਾ ਸਾਰਾ ਖਿੱਚ ਕੇ, ਇਹੋ ਜਿਹੀ ਗੱਲਾਂ ਕਰਦਾ ਜ਼ਿਆਦਾ ਕਰ ਕੀ ਕਰੇਗਾ ਹੋਰ ਪਾਣੀ ਲੈ ਜਾਂਦਾ, ਪੈਸਾ ਲੈ ਜਾਂਦਾ, ਪਾਣੀ ਪੈਸਾ ਸਾਰਾ ਕੁਝ ਉਧਰ ਲਈ ਜਾਂਦਾ। ਹਰਿਆਣੇ ਵਾਲਾ ਇਹਦਾ ਰੋਲਾ ਕੇਜਰੀ ਨੇ ਤੇ ਮੋਦੀ ਨੇ ਪਾਤਾ, ਆ ਜਿਹੜਾ ਚੰਡੀਗੜ੍ਹ ਵਾਲਾ ਇਹ ਰੋਲਾ ਹਰਿਆਣੇ ਦਾ ਕੀ ਬਣਦਾ। ਇਹ ਪੰਜਾਬ ਦਾ ਪਹਿਲਾਂ ਇਹਦਾ ਰੋਲਾ ਪਿਆ ਸੀ ਸੰਨ 61-62 ਦੇ ਵਿੱਚ, ਉਸ ਵੇਲੇ ਨਾਰਾ ਲੱਗਦਾ ਸੀ ਚੰਡੀਗੜ੍ਹ ਪੰਜਾਬ ਦਾ ਸੋਹਣਾ ਫੁੱਲ ਗੁਲਾਬ ਦਾ, ਜੋ ਗੁਲਾਬ ਵੀ ਉੱਡ ਗਿਆ ਤੇ ਚੰਡੀਗੜ੍ਹ ਵੀ ਉੱਡਦਾ ਜਾਂਦਾ। ਇਹ ਉੱਡਣਾ ਨਹੀਂ ਚਾਹੀਦਾ, ਚੰਡੀਗੜ੍ਹ ਪੰਜਾਬ 'ਚ ਰਹਿਣਾ ਚਾਹੀਦਾ। ਨਕੋਦਰ ਵਿਖੇ ਨਗਰ ਕੌਂਸਲ ਨਕੋਦਰ ਵੱਲੋਂ ਨਿੱਕੀ ਦੀ ਰਸੋਈ ਜੋ ਬਣਾਈ ਗਈ ਸੀ ਉਸ ਨੂੰ ਅੱਜ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਸ਼ੁਰੂ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਡੀ ਸੇਵਾ ਸੁਸਾਇਟੀ ਵੱਲੋਂ
ਲੰਗਰ ਦੀ ਸੇਵਾ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਹਸਪਤਾਲਾਂ ਵਿੱਚ ਚੱਲ ਰਹੀ ਹੈ ਤੇ ਅੱਜ ਨਕੋਦਰ ਵਿਖੇ ਵੀ ਇਹ ਸੇਵਾ ਸ਼ੁਰੂ ਕੀਤੀ ਗਈ, ਜਿਸ ਵਿੱਚ ਹਰ ਇੱਕ ਵਿਅਕਤੀ ਨੂੰ ਫ੍ਰੀ ਵਿੱਚ ਲੰਗਰ ਛਕਾਇਆ ਜਾਵੇਗਾ। ਸਰ, ਜਿਵੇਂ ਕਿ ਅੱਜ ਜਿਹੜਾ ਹੈਗਾ ਲੰਗਰ ਸੇਵਾ ਸ਼ੁਰੂ ਕੀਤੀ ਗਈ ਨਕੋਦਰ ਦੇ ਵਿੱਚ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਪਲੀਜ਼ ਜੀ ਤੁਹਾਡਾ ਸਾਰਿਆਂ ਦਾ, ਪਾਲੀ ਸਾਹਿਬ ਦਾ, ਇੱਥੇ ਆਇਆਂ ਦਾ ਜੀ ਆਇਆਂ ਨੂੰ। ਅੱਜ ਜੋ ਕਾਫੀ ਲੰਬੇ ਸਮੇਂ ਤੋਂ ਨਕੋਦਰ ਵਾਸੀ ਉਡੀਕ ਰਹੇ ਸੀ, ਇੱਕ ਨੇਕੀ ਦੀ ਰਸੋਈ ਜੋ ਤਿਆਰ ਕੀਤੀ ਗਈ ਸੀ, ਉਹ ਕਿਸੇ ਕਾਰਨਾਂ ਕਰਕੇ ਨਹੀਂ ਸੀ ਸ਼ੁਰੂ ਹੋ ਸਕੀ। ਸਾਡੇ ਮਾਨਯੋਗ ਜਿਹੜੇ IAS ਤੇਜਸਵੀ ਅਲੰਕਾਰ ਜੀ ਇਹ ਆਏ ਸੀ। ਇਹਨਾਂ ਨੇ ਆ ਕੇ ਇੱਕ ਸੁਸਾਇਟੀ ਹੈ ਆਪਣੀ ਸ਼੍ਰੀ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਜੋ ਹੈ ਹੁਸ਼ਿਆਰਪੁਰ ਦੀ, ਉਹਨਾਂ ਨਾਲ ਤਾਲਮੇਲ ਕਰਕੇ ਔਰ ਅੱਜ ਇਹ ਰਸੋਈ 2-4 ਦਿਨਾਂ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਨੂੰ ਸਮਰਪਿਤ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵਧੀਆ ਤਰੀਕੇ ਨਾਲ ਕੰਮ ਕਰੇਗੀ ਔਰ ਮੈਂ ਆਸ ਕਰਦਾ ਕਿ ਸਾਡੇ ਨਕੋਦਰ ਵਾਸੀ ਵੀ ਵੱਧ ਚੜ੍ਹ ਕੇ ਇਸ ਦੇ ਵਿੱਚ ਹਿੱਸਾ ਪਾਉਣਗੇ ਤਾਂ ਜੋ ਇਹ ਇੱਕ ਨਮੂਨੇ ਦੀ ਔਰ ਵਧੀਆ ਤਰੀਕੇ ਦੀ ਰਸੋਈ ਬਣ ਕੇ ਉੱਭਰੇ ਜੋ ਪੰਜਾਬ ਇਸ ਨੂੰ ਦੇਖੇ। ਥੈਂਕ ਯੂ। ਠੀਕ ਹੈ। ਹਾਂਜੀ ਸਰ, ਅੱਜ ਜਿਹੜੀ ਲੰਗਰ ਸੇਵਾ ਸ਼ੁਰੂ ਕੀਤੀ ਗਈ ਨਕੋਦਰ ਦੇ ਵਿੱਚ, ਕੀ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਸਾਰੇ ਨਕੋਦਰ ਵਾਸੀਆਂ ਨੂੰ ਤੇ ਤੁਹਾਨੂੰ ਤੇ ਸਾਰੇ ਮੀਡੀਆ ਕਰੋਪ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਲੰਗਰ ਸੇਵਾ ਇੱਥੇ ਸ਼ੁਰੂ ਕੀਤੀ ਗਈ ਹੈ, ਇਹਦੀ ਸਥਾਪਨਾ ਜਦੋਂ ਆਪਾਂ ਟਰੈਕ ਕਰੀਏ ਤੇ ਮਤਲਬ ਇੱਥੇ ਆਏ ਇੱਕ ਆਪਣੇ ਮੇਰੇ ਵੀ ਸੀਨੀਅਰ ਹਿਮਾਂਸ਼ੂ ਜੈਨ ਸਰ ਸੀਗੇ, ਉਹਨਾਂ ਦਾ ਤੇ ਨਾਲ SDM ਸਾਹਿਬ ਜਿਹੜੇ ਸੀਗੇ ਅਮਿਤ ਪੰਚਾਲ ਸਰ, ਉਹਨਾਂ ਦਾ ਆਈਡੀਆ ਸੀਗਾ ਕਿ ਇਹਨੂੰ ਆਪਾਂ ਇੰਪਲੀਮੈਂਟ ਕਰੀਏ ਹਾਊਸ ਦੇ ਨਾਲ ਰਲ ਮਿਲ ਕੇ। ਫਿਰ ਕੁਝ ਕਾਰਨਵਸ਼ ਹੋ ਨਹੀਂ ਪਾਇਆ ਸੀਗਾ ਤੇ ਜਦੋਂ ਦਾ ਮੈਂ ਇੱਥੇ ਆਇਆ ਸੀਗਾ ਪਿਛਲੇ ਹਫਤੇ ਜਦੋਂ ਮੈਂ ਜੁਆਇਨ ਕੀਤਾ ਸੀਗਾ ਤੇ ਇੱਥੇ ਦੇ ਹਾਊਸ ਦੇ ਕੌਂਸਲ ਨੇ ਮੈਨੂੰ ਇੱਥੇ ਆ ਕੇ ਸੱਦਿਆ ਕਿ ਇੱਥੇ ਆਓ ਜੀ, ਵੇਖੋ ਆਪਣੀ ਕੌਂਸਲਾਂ 'ਚ ਕੀ ਆਪਣਾ ਇਨਫਰਾਸਟਰਕਚਰ ਬਣਿਆ ਹੋਇਆ ਤੇ ਮੈਨੂੰ ਵੇਖ ਕੇ ਲੱਗਿਆ ਇਹ ਤਾਂ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਛੋਟੇ ਸਮਾਜ 'ਚ। ਇੱਥੇ ਮੈਂ ਬਿਲਕੁਲ 2 ਹਫ਼ਤੇ ਸੀਗਾ ਤੇ ਮੈਨੂੰ ਲੱਗਿਆ ਆਪਾਂ ਇੱਕ ਪ੍ਰੋਜੈਕਟ ਫੜ ਲੈਂਦੇ ਤੇ ਨਕੋਦਰ ਵਾਸੀਆਂ ਨੂੰ ਉਹ ਸਮਰਪਿਤ ਕਰਕੇ ਜੇਕਰ ਆਪਾਂ ਚੱਲ ਜਾਈਏ ਤੇ ਆਪਾਂ ਇੱਥੇ ਆਉਣਾ ਮੇਰਾ ਸਫਲ ਹੋ ਜਾਊਗਾ। ਇਹ ਮੇਰਾ ਜਿਹੜਾ ਚਾਰਜ ਆ ਤੇ ਇਹਨਾਂ ਦੇ ਸਹਿਯੋਗ ਨਾਲ ਤੇ ਨਾਲ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਹੁਸ਼ਿਆਰਪੁਰੋਂ ਉਹਨਾਂ ਦੇ ਸਹਿਯੋਗ ਨਾਲ ਹੁਣ ਅੱਜ ਇਹ ਮਤਲਬ ਕਿੰਨੀ ਖੁਸ਼ੀ ਦੀ ਗੱਲ ਹੈ ਮੇਰੇ ਲਈ, ਮੇਰੇ ਆਪ ਦੇ ਕਰੀਅਰ ਲਈ। ਮੈਂ ਹੁਣ ਇੱਥੋਂ ਸ਼ੁਰੂ ਕਰ ਰਿਹਾ ਨਕੋਦਰੋਂ ਕਿ ਇੰਨੀ ਵਧੀਆ ਇਹਨਾਂ ਨੇ ਸੇਵਾ ਇੱਥੇ ਦੇ ਆਏ ਸ਼ਰਧਾਲੂਆਂ ਤੇ ਜਿਹੜੇ ਸਿਵਲ ਹਸਪਤਾਲ 'ਚ ਇਲਾਜ ਕਰਾਉਂਦੇ ਉਹਨਾਂ ਦੇ ਪੇਸ਼ੈਂਟਾਂ ਲਈ ਮਤਲਬ ਬਿਲਕੁਲ ਬ੍ਰੇਕਫਾਸਟ ਤੇ ਲੰਚ ਸਾਰਾ 10:30 ਤੋਂ 4 ਵਜੇ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਹੈ, ਇਹ ਬਹੁਤ ਮੁਬਾਰਕ ਗੱਲ ਹੈ, ਇੱਕ ਬਹੁਤ ਮੁਬਾਰਕ ਉਪਰਾਲਾ ਹੈ ਤੇ ਇਹਦੇ ਨਾਲ ਮੈਨੂੰ ਬਹੁਤ ਹੋਪ ਹੈ ਕਿ ਇਹੋ ਜਿਹੇ ਉਪਰਾਲੇ ਨਕੋਦਰ 'ਚ ਹੁੰਦੇ ਰਹੇਗੇ ਕਿਉਂਕਿ ਇੱਥੇ ਦੀ ਹਾਊਸ ਦੀ ਮੈਂ ਦੇਖ ਰਿਹਾ ਜਿਹੜੀ ਇਹਨਾਂ ਦੀ ਸੋਚ ਆ ਬਹੁਤ ਫਾਰਵਰਡ ਤੇ ਪੋਜ਼ਿਟਿਵ ਲੁਕਿੰਗ ਆ ਤੇ ਸਾਰੇ ਨਾਲ ਰਲ ਮਿਲ ਕੇ ਖੜੇ ਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਲੰਗਰ ਦੀ ਸੇਵਾ ਹੈ, ਜੋ ਪਹਿਲੇ ਪਾਤਸ਼ਾਹ ਦਾ ਫਰਮਾਨ ਸੀ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ, ਉਸ ਨੂੰ ਸਿਧਾਂਤ ਨੂੰ ਅੱਗੇ ਤੋਰਦੇ ਹੋਏ ਚੌਥੇ ਪਾਤਸ਼ਾਹ ਜੀ ਦੇ ਨਾਮ ਹੇਠ ਜੋ ਲੰਗਰ ਰਸੋਈ ਸੀ 2017 ਦੇ ਵਿੱਚ ਸ਼ੁਰੂ ਹੋ ਕੇ 2019 ਚ ਕੰਪਲੀਟ ਹੋ ਕੇ ਇਹ ਜੋ ਗੁਰੂ ਕਾ ਲੰਗਰ ਸੰਗਤਾਂ ਦੇ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਗਿਆ ਤੇ ਆਪਣੇ PGI ਚੰਡੀਗੜ੍ਹ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਹਸਪੀਟਲ ਅੰਮ੍ਰਿਤਸਰ ਤੱਕ ਇਹ ਜੋ ਸੇਵਾ 2 ਸਾਲ ਦੇ ਵਿੱਚ ਕੰਪਲੀਟ ਹੋ ਗਈ। ਮਾਝਾ ਤੇ ਦੁਆਲਬਾ ਦੇ 40 ਤੋਂ ਜ਼ਿਆਦਾ ਹਸਪੀਟਲ ਆਲਰੇਡੀ ਕੰਪਲੀਟ ਸਨ। ਸੋ ਮਾਲਵੇ ਨੂੰ ਮੁੱਖ ਰੱਖਦਿਆਂ ਇਹ ਕਿਚਨ ਸੈਕੰਡ ਜਿਹੜੀ ਸੀ ਮੁਕਤਸਰ ਦੇ ਵਿੱਚ ਸੈਂਟਰਲਾਈਜ਼ ਵਿਚਾਲੇ ਕਿਚਨ ਬਣਾਈ ਸੀ, ਉਹਦਾ ਜੋ 24 ਨੂੰ ਸ਼ੁਰੂ ਕਰਕੇ ਮਾਲਵੇ ਦੇ ਸਾਰੇ ਹੀ ਹਸਪੀਟਲ ਆਲਰੇਡੀ ਜਿਹੜੇ ਕੰਪਲੀਟ ਹਨ ਤੇ ਹੁਣ ਅੱਜ ਅਸੀਂ ਬੜੇ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਪ੍ਰਸ਼ਾਸਨ ਦੀ ਬੇਨਤੀ ਤੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਹੀ ਲੰਗਰ ਚੱਲ ਰਿਹਾ ਸੀ। ਸੋ ਉਹਨਾਂ ਦੇ ਬੇਨਤੀ ਦੇ ਨਾਲ ਪ੍ਰਸ਼ਾਸਨ ਦੇ ਇਹ ਦੂਸਰੀ ਜਗ੍ਹਾ ਅੱਜ ਇਹ ਲੰਗਰ ਸ਼ੁਰੂ ਕੀਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਨੂੰ 2 ਗਜ ਜ਼ਮੀਨ ਇੰਡੀਆ ਆਪਣੇ ਕੈਪਟਨ ਰਾਜਧਾਨੀ ਦੇ ਲਈ ਨਹੀਂ ਦੇ ਸਕਦਾ। ਫਿਰ ਸਾਡਾ ਰਿਸ਼ਤਾ ਪਾਕਿਸਤਾਨ ਦੇ ਨਾਲ ਬਹੁਤ ਅੱਛਾ ਹੈ, ਉੱਥੇ ਸਾਡੇ ਗੁਰਦੁਆਰੇ ਵੀ ਹਨ ਤੇ ਅਸੀਂ ਪਾਕਿਸਤਾਨ ਤੋਂ ਬੇਨਤੀ ਕਰ ਸਕਦੇ ਹਾਂ ਕਿ ਕਰਤਾਰਪੁਰ ਸਾਹਿਬ ਦੀ ਜ਼ਮੀਨ 1000 ਕਿੱਲਾ ਸਾਨੂੰ ਆਪਣੀ ਰਾਜਧਾਨੀ ਬਣਾਉਣ ਲਈ ਦੇ ਦੇਣ, ਜਿਹਦੇ ਨਾਲ ਅਕਸਰ ਅਸੀਂ ਕਹਿ ਸਕੀਏ ਕਿ ਸਾਡੀ ਵੀ ਰਾਜਧਾਨੀ ਹੈ। ਇਹ ਪੰਜਾਬੀ ਬੋਲਦੇ ਇਲਾਕੇ ਹੈ, ਹਰਿਆਣੇ ਦੇ ਵਿੱਚ ਵੀ ਹੈ, ਹਿਮਾਚਲ ਦੇ ਵਿੱਚ ਵੀ ਹੈ, ਜੋ 1966 ਦੇ ਵਿੱਚ ਸਾਡੇ ਪੰਜਾਬ ਤੋਂ ਤੋੜੇ ਗਏ ਸੀਗੇ ਔਰ ਅਸੀਂ ਇਹਨਾਂ ਨੂੰ ਵਾਪਸ ਮੰਗਣਾ ਚਾਹੁੰਦੇ ਹਾਂ। ਸਾਡੇ ਪਾਣੀਆਂ ਦਾ ਵੀ ਮਸਲਾ ਹੈਗਾ। ਸਾਡੇ 3 ਦਰਿਆ ਹੈਗੇ ਹੈ, ਸਤਲੁਜ, ਬਿਆਸ ਤੇ ਰਾਵੀ। ਰਿਪੇਰੀਅਨ ਕਾਨੂੰਨ ਦੇ ਮੁਤਾਬਕ ਤੇ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ
ਇਹ ਪਾਣੀਆਂ ਦੀ ਮਲਕੀਅਤ ਉਸ ਸੂਬੇ ਦੀ ਹੁੰਦੀ ਹੈ ਜਿਹਦੇ ਵਿੱਚੋਂ ਇਹ ਦਰਿਆ ਨਿਕਲਦੇ ਹੈ। ਇਹ ਸਾਰੀਆਂ ਚੀਜ਼ਾਂ ਸਾਡੀਆਂ ਹੈਡਵਰਕਸ ਡੈਮਸ ਵੀ ਲੈ ਲਈਆਂ ਜਿੰਨੀਆਂ ਵੀ ਭਾਖੜਾ, ਨੰਗਲ, ਪੌਂਗ, ਬਿਆਸ, ਸਾਰੀਆਂ ਸੈਂਟਰ ਨੇ ਲੈ ਲਈਆਂ। ਇਹਦੇ ਇੰਤਜ਼ਾਮ ਦੇ ਵਿੱਚ ਪੰਜਾਬ ਦਾ ਇੱਕ ਮੈਂਬਰ ਹੁੰਦਾ ਸੀਗਾ, ਉਹ ਵੀ ਹੁਣ ਖਤਮ ਕਰਤਾ ਸੈਂਟਰ ਮੋਦੀ ਦੀ ਸਰਕਾਰ ਨੇ। ਜਿਹੜੀਆਂ ਡੈਮਸ ਨੇ ਉਹਨਾਂ ਦੇ ਵਿੱਚ ਕਰੋੜ ਪਾਣੀ ਰੋਕਿਆ ਗਿਆ ਹੈ, ਗੈਲਨਸ ਹੀ ਗੈਲਨਸ। ਤੇ ਇਹ ਜਿਹੜਾ ਪਾਣੀ ਹੈ ਡੈਮਸ ਦਾ, ਇਹ ਜੰਗ ਦੇ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜੇ ਇੰਡੀਆ, ਜਿਨ੍ਹਾਂ ਨੂੰ ਹਮੇਸ਼ਾ ਸਿੱਖਾਂ ਤੇ ਸ਼ੱਕ ਹੈ, ਸਾਡਾ ਇਸ ਬੋਰਡ ਜਿਹੜਾ ਬਣਿਆ ਸੀ ਭਾਖੜਾ ਮੈਨੇਜਮੈਂਟ ਬੋਰਡ, ਉਹਦੇ 'ਚੋਂ ਸਾਡਾ ਪੰਜਾਬ ਦਾ ਮੈਂਬਰ ਵੀ ਕੱਢਤਾ ਹੈ। ਇਹਦਾ ਮਤਲਬ ਹੈ ਕਿ ਇੰਡੀਆ ਕਿਸੇ ਵੇਲੇ ਸੋਚ ਸਕਦਾ ਹੈ ਕਿ ਇਹਨਾਂ ਡੈਮਾਂ ਦੇ ਗੇਟ ਅਸੀਂ ਖੋਲ੍ਹ ਦਈਏ, ਜਿਹਦੇ ਨਾਲ ਸਾਰੇ ਪੰਜਾਬੀ ਬੇਸ਼ੱਕ ਪਾਕਿਸਤਾਨ 'ਚ ਹੋਣਗੇ, ਇੱਥੇ ਹੋਣਗੇ। ਪੰਜਾਬੀ ਦਾ ਮਤਲਬ ਹੈ ਸਿੱਖ, ਮੁਸਲਮਾਨ, ਈਸਾਈ, ਹਿੰਦੂ, ਸਾਰੇ ਇਹ ਸਾਰੇ ਨਸ਼ਟ ਹੋ ਜਾਣਗੇ, ਜਿਹੜਾ ਸਾਡਾ ਇੰਡਸ ਬੇਸਨ ਹੈਗਾ। ਸੋ ਮੈਂ ਇਹੀ ਬੇਨਤੀ ਕਰਦਾ ਕਿ ਇੱਕ SGPC ਦੇ ਇਲੈਕਸ਼ਨ ਜਿਹੜੀ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ, 11 ਸਾਲ ਹੋ ਗਏ ਹੈ, ਇਹਦੇ ਇਲੈਕਸ਼ਨ ਨਹੀਂ ਸੈਂਟਰ ਕਰਵਾ ਰਿਹਾ। ਤਾਜ਼ਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਵਿੱਚ, ਜਿੱਥੇ ਪਿੰਡ ਮੇਟਾ ਜਲੰਧਰ ਲੁਧਿਆਣਾ ਬਾਈਪਾਸ ਦੇ ਕੋਲ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਹਿਚਾਣ ਵਿਪਨ ਕੁਮਾਰ ਉਰਫ ਗੋਰਾ ਵਾਸੀ ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪ ਪਾਰਟੀ ਦਾ ਵਰਕਰ ਹੈ, ਜਿਸ ਨੂੰ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ। ਉੱਥੇ ਤੱਕ ਸੜਕ ਤੇ ਆ ਰਿਹਾ ਸੀ, ਉਹਦੇ ਗੋਲੀ ਲੱਗੀ ਹੈ। ਇਹੀ ਮਾਮਲਾ ਸਾਨੂੰ ਅਜੇ ਪਤਾ ਲੱਗਾ ਜਦੋਂ ਆਏ ਆ। ਉਹਦੇ ਬ੍ਰਦਰ ਨੂੰ ਪੁੱਛਿਆ ਸੀ ਕੋਈ ਦੁਸ਼ਮਣੀ ਵਗੈਰਾ, ਉਹ ਕਹਿੰਦਾ ਮੈਨੂੰ ਇਹਦੇ ਬਾਰੇ ਕੋਈ ਨਹੀਂ। ਦੋ ਮੋਟਰਸਾਈਕਲ ਤੇ ਆਏ ਦੋ ਜਾਣੇ ਤੇ ਉਹ ਮਾਰ ਗਿਆ। ਉਹਦੀ ਸਰਜਰੀ ਚੱਲ ਰਹੀ ਆ, ਜਦੋਂ ਹੋਸ਼ ਆਉਂਦੀ ਉਹਨੂੰ ਦੇਖਦੇ ਆ। ਬਾਕੀ ਪੁਲਿਸ ਨੂੰ ਪਰਚਾ ਦੇਣ ਲੱਗੇ ਅਜੇ ਤੱਕ ਤਾਂ ਇੰਨਾ ਕੀ ਪਤਾ ਸਾਨੂੰ, ਅੱਗੇ ਫਰਦਰ ਦੇਖਦੇ ਆ ਵੀ ਕੀ ਹੋਊਗਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।